ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ 5 ਸਾਲ ਦੇ ਸੀਗੇ ਤੇ ਉਹਨਾਂ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ ਪਿਤਾ ਜੀ ਨੇ। ਉਹਨਾਂ ਨੇ ਉੱਥੇ ਕੀ ਕਿਹਾ, ਕੀ ਕੀਤਾ, ਇਹ ਸਭ ਆਪਾਂ ਇਸ ਤੋਂ ਪਹਿਲੀ ਸਾਖੀ 'ਚ ਸੁਣ ਚੁੱਕੇ ਹਾਂ। ਹੁਣ ਜਦ ਗੁਰੂ ਜੀ 11ਵੇਂ ਸਾਲ ਵਿੱਚ ਹੋਏ ਤਾਂ ਹਰਦਿਆਲ ਪ੍ਰੋਹਤ ਬਾਬਾ ਜੀ ਨੂੰ ਜਨੇਊ ਪਾਉਣ ਲੱਗਾ ਤੇ ਬੱਕਰਾ ਮਾਰਿਆ ਤਾਂ ਬਾਬੇ ਨੇ ਇਹ ਸ਼ਲੋਕ ਪੜ੍ਹਿਆ, ਆਸਾ ਮਹੱਲਾ ਪਹਿਲਾ ਧੱਗ ਕਪਾਹੋ ਕੱਤੀਐ ਬਾਹਮਣ ਵੱਟੇ ਆਏ। ਬਾਬੇ ਆਖਿਆ, ਪ੍ਰੋਹਤ ਜੀ ਤੁਸੀਂ ਕਪਾਸ ਦਾ ਜੰਝੂ ਵੱਟ ਕੇ ਉਤਸ਼ਾਹ ਕੀਤਾ, ਨਿਉਤਾ ਦੇ ਕੇ ਬ੍ਰਾਹਮਣ ਬੁਲਾਏ, ਆਪਣੇ ਸਵਾਦ ਵਾਸਤੇ ਬੱਕਰਾ ਮਾਰਿਆ, ਸਭੇ ਆਖਦੇ ਹੋ ਜੰਝੂ ਪਾਓ, ਪਰ ਮੈਂ ਇਹ ਪੁੱਛਦਾ ਹਾਂ ਕਿ ਇਹ ਨਿਰਾਰਥਕ ਧਾਗਾ ਪਹਿਨਣਾ ਕਿਉਂ ਚਾਹੀਏ। ਇਹ ਸੁਣ ਕੇ ਬ੍ਰਾਹਮਣ ਚਮਕੇ ਤਾਂ ਬਾਬੇ ਨੇ ਆਖਿਆ, ਚਮਕਦੇ ਕਿਉਂ ਹੋ? ਪਹਿਰਨ ਯੋਗ ਜੰਝੂ ਤਾਂ ਤੁਸਾਂ ਕਿਸੇ ਵੀ ਨਹੀਂ ਪਾਇਆ। ਦੇਖੋ ਧੱਗ ਨਾ ਪੈਰੀ ਧੱਗ ਨਾ ਹਾਥੀ, ਧੱਗ ਨਾ ਜੀਵਾ ਧੱਗ ਨਾ ਅੱਖੀ ਵੇਤਗਾ, ਆਪੇ ਵੱਤੇ ਵਟ ਧਾਗੇ ਅਵਰਾ ਕੱਤੇ, ਲੈ ਪਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ। ਪੰਡਤ ਜੀ, ਜਦ ਆਪਣੀਆਂ ਇੰਦਰੀਆਂ ਨੂੰ ਹੀ ਵਿਸ਼ੇ ਵਿਕਾਰਾਂ ਵੱਲੋਂ ਰੋਕਣ ਦਾ ਜੰਝੂ ਤੁਸਾਂ ਨੂੰ ਪਾਉਣਾ ਯੋਗਿਆ ਸੀ, ਨਹੀਂ ਪਾਇਆ ਤਾਂ ਹੋਰ ਕਿਸੇ ਨੂੰ ਤੁਹਾਡਾ ਧਾਗਾ ਕੀ ਫਾਇਦਾ ਕਰੇਗਾ। ਆਪ ਬੇਧੱਗੇ ਹੋ ਕੇ ਹੋਰਨਾਂ ਨੂੰ ਧਾਗੇ ਪਾਉਣਾ, ਟਕਾ ਲੈ ਕੇ ਪੱਤਰੀ ਦੱਸਣੀ, ਵੱਡੀਆਂ ਪਹਾੜੇ ਖਾ ਕੇ ਲੋਕਾਂ ਦੇ ਸੰਜੋਗ ਵਿਆਹ ਕਰਨੇ, ਲੋਕਾਂ ਨੂੰ ਚੇਲੇ ਕਰ ਕਰ ਖਾਣ ਵਾਸਤੇ ਕਿਹਾ ਅਚਰਜ ਖੋਟਾ ਰਾਹ ਫੜਿਆ ਹੈ। ਜਦ ਤੁਸਾਂ ਨੂੰ ਪਰਲੋਕ ਦਾ ਭੈ ਨਹੀਂ, ਦਿਲ ਦਿਮਾਗ ਦੇ ਗਿਆਨ ਵਿਚਾਰ ਤੋਂ ਨੇਤਰਹੀਨ ਹੋ, ਫਿਰ ਸਿਆਣੇ ਸਦਵਾਉਣਾ ਬੜਾ ਅਚਰਜ ਕਰਦੇ ਹੋ। ਝੂਠਾ ਧਾਗਾ ਝੂਠੇ ਸਰੀਰ ਨੂੰ ਜਿਹੜਾ ਇਸ ਦੇ ਨਾਲ ਇੱਥੇ ਹੀ ਸੜ ਕੇ ਝੜ ਜਾਏ, ਲੋਕ ਦਿਖਾਵਾ ਦੰਭ ਅਸੀਂ ਨਹੀਂ ਪਾਉਂਦੇ। ਜੀਵ ਦੇ ਸਦਾ ਸਾਥ ਰਹਿਣ ਵਾਲਾ ਧਾਗਾ ਪਾਵਾਂਗੇ, ਜੇ ਤੁਹਾਡੇ ਪਾਸ ਹੈ ਤਾਂ ਪਾਓ। ਪੰਡਤਾਂ ਪੁੱਛਿਆ ਕਿ ਜੀਵ ਦਾ ਧਾਗਾ ਕਿਹੜਾ ਹੈ ਤਾਂ ਬਾਬੇ ਜੀਵ ਦਾ ਧਾਗਾ ਦੱਸਿਆ, ਆਸਾ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੁਤ ਜਤ ਗੰਢੀ ਸਤਵਟ। ਬਾਬੇ ਜੀ ਦੇ ਇਹ ਸੱਚੇ ਸੁਖਦਾਈ ਬਚਨ ਸੁਣ ਕੇ ਸਭ ਪੰਡਤ ਹੱਕੇ ਬੱਕੇ ਰਹਿ ਗਏ। ਹੋਰ ਬ੍ਰਾਹਮਣਾਂ ਤਾਂ ਬਹੁਤ ਖੁਨਸਾਏ ਕਿ ਖੱਤਰੀ ਦਾ ਬਾਲਕ ਹੋ ਕੇ ਬ੍ਰਾਹਮਣਾਂ ਨੂੰ ਉਪਦੇਸ਼ ਕਰਦਾ ਹੈ। ਪਰ ਹਰਦਿਆਲ ਪ੍ਰੋਹਤ ਜੋ ਗੁਰੂ ਕੀ ਮਹਿਮਾ ਨੂੰ ਜਾਣਦਾ ਸੀ, ਬੋਲਿਆ ਕਿ ਮਹਾਰਾਜ, ਸਦਾ ਹੀ ਛਤਰੀਆਂ ਤੋਂ ਬ੍ਰਾਹਮਣਾਂ ਨੂੰ ਅਰਥ ਪਰਮਾਰਥ ਦਾ ਲਾਭ ਹੁੰਦਾ ਰਿਹਾ ਹੈ। ਸਭ ਤੋਂ ਪਹਿਲਾਂ ਵਿਸ਼ਨੂੰ ਛਤਰੀ ਤੋਂ ਬ੍ਰਹਮਾ ਜੀ ਨੂੰ ਉਪਦੇਸ਼ ਹੋਇਆ। ਨਾਰਦ ਸੰਕਾਦਿਕ ਆਦਿਕ ਸਭ ਮਹਾਰਿਖੀ ਸ਼ਿਵਜੀ ਛਤਰੀ ਤੋਂ ਜਾਂ ਵਿਸ਼ਨੂੰ ਜੀ ਤੋਂ ਉਪਦੇਸ਼ ਲੈਂਦੇ ਰਹੇ। ਯਾਤੀ ਛਤਰੀ ਰਾਜੇ ਤੋਂ ਅਨੰਤ ਬ੍ਰਾਹਮਣਾਂ ਨੇ ਵੇਦ ਵਿਦਿਆ ਪੜ੍ਹੀ। ਕ੍ਰਿਸ਼ਨ ਜੀ ਛਤਰੀ ਦਾ ਉਪਦੇਸ਼ ਜੋ ਗੀਤਾ ਹੈ, ਹੁਣ ਤੱਕ ਸਾਰੀ ਦੁਨੀਆ ਦੇ ਬ੍ਰਾਹਮਣਾਂ ਨੇ ਵੇਦ ਵਿਦਿਆ ਪੜ੍ਹੀ। ਕ੍ਰਿਸ਼ਨ ਜੀ ਛਤਰੀ ਦਾ ਉਪਦੇਸ਼ ਜੋ ਗੀਤਾ ਹੈ, ਹੁਣ ਤੱਕ ਸਾਰੀ ਦੁਨੀਆ ਦੇ ਬ੍ਰਾਹਮਣ ਧਾਰਨ ਕਰ ਰਹੇ ਹਨ। ਸੂਰਜ ਤੋਂ ਅਨੰਤ ਬ੍ਰਾਹਮਣਾਂ ਨੇ ਜੋਤਿਸ਼ ਵਿਦਿਆ ਸਿੱਖੀ। ਇਹ ਸਭ ਕਥਾ ਵੇਦ ਸੰਗਤਾਂ ਤੋਂ ਪੁਰਾਣਾਂ ਵਿੱਚ ਪ੍ਰਸਿੱਧ ਹਨ। ਸੋ ਆਪ ਹੁਣ ਉਸੇ ਸੂਰਜ ਬੰਸ ਵਿੱਚ ਸੂਰਜ ਰੂਪ ਅਗਿਆਨ ਅੰਧੇਰੇ ਨੂੰ ਦੂਰ ਕਰਨ ਲਈ ਜੀਵਾਂ ਦੇ ਉਧਾਰ ਵਾਸਤੇ ਪ੍ਰਗਟੇ ਹੋ। ਕਿਰਪਾ ਕਰਕੇ ਮੈਨੂੰ ਉਹ ਦਾਨ ਬਖਸ਼ੋ ਜਿਸ ਨੂੰ ਮੇਰਾ ਮਨ ਤ੍ਰਿਪਤ ਹੋ ਜਾਵੇ। ਬਾਬੇ ਜੀ ਨੇ ਆਖਿਆ, ਪਰਮੇਸ਼ਵਰ ਸਰਬ ਸ਼ਕਤੀਮਾਨ ਸਭ ਦਾ ਜਜਮਾਨ ਹੈ। ਉਸ ਅੱਗੇ ਇਸ ਪ੍ਰਕਾਰ ਪ੍ਰਾਰਥਨਾ ਕੀਤਾ ਕਰੋ, ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਿਨਾ ਹੋਤੈ ਪੈ ਮੰਗਿਓ ਦੇ ਆਪਣਾ ਨਾਮ। ਇਹ ਸ਼ਬਦ ਸੁਣ ਕੇ ਹਰਦਿਆਲ ਦ੍ਰਿੜ ਭਗਤੀ ਭਜਨ ਸਾਸੰਗ ਵਿੱਚ ਜੁੜ ਗਿਆ। ਬਾਬੇ ਜੀ ਨੂੰ ਕਿਸੇ ਕੰਮ ਜਾਂ ਕਿਸੇ ਦੇ ਆਖੇ ਨਾ ਲੱਗਦਾ ਦੇਖ ਕੇ ਮਹਿਤਾ ਕਾਲੂ ਚੰਦ ਇੱਕ ਦਿਨ ਫਿਕਰ ਵਿੱਚ ਬੈਠਾ ਸੀ ਤਾਂ ਬ੍ਰਿਜਨਾਥ ਪੰਡਤ ਆ ਗਿਆ। ਉਸ ਦੇ ਪੁੱਛੇ ਤੋਂ ਮਹਿਤੇ ਨੇ ਆਪਣਾ ਸਾਰਾ ਭੇਦ ਖੋਲ੍ਹਿਆ। ਉਹਨਾਂ ਆਖਿਆ, ਮਹਿਤਾ ਜੀ, ਤੁਸੀਂ ਜਰਾ ਫਿਕਰ ਨਾ ਕਰੋ, ਇੱਕ ਦਿਨ ਮੇਰੇ ਪਾਸ ਨਾਨਕ ਨੂੰ ਲੈ ਕੇ ਆਓ। ਮੈਂ ਸਮਝ ਲਿੱਤਾ ਹੈ ਉਸ ਦਾ ਬਹੁਤ ਉੱਚਾ ਦਿਮਾਗ ਹੈ, ਹੋਰਨਾਂ ਵਿਦਿਆ ਨੂੰ ਕੱਚੀਆਂ ਹੋਣੇ ਕਰ ਨਹੀਂ ਮੰਨਦਾ, ਸੰਸਕ੍ਰਿਤ ਪੜ੍ਹਨਾ ਮੰਨ ਜਾਏਗਾ। ਦੂਜੇ ਹੀ ਦਿਨ ਮਹਿਤਾ ਜੀ ਬਾਬੇ ਜੀ ਨੂੰ ਪੰਡਤ ਪਾਸ ਲੈ ਗਏ। ਪੰਡਤ ਨੇ ਪੱਟੀ ਉੱਤੇ ਓਂਕਾਰ ਤੇ ਸ਼ਾਸਤਰੀ ਦੇ ਅੱਖਰ ਲਿਖ ਦਿੱਤੇ। ਗੁਰੂ ਜੀ ਨੇ 2-4 ਦਿਨ ਤਾਂ ਉੱਥੇ ਗੁਜ਼ਾਰੇ। ਇੱਕ ਦਿਨ ਓਂਕਾਰ ਦੇ ਅਰਥ ਪੁੱਛੇ ਤਾਂ ਪੰਡਤ ਨੇ ਆਖਿਆ, ਤੈਨੂੰ ਅਜੇ ਅਰਥਾਂ ਦੀ ਸਮਝ ਨਹੀਂ, ਅੱਖਰ ਪੜ੍ਹ ਬਸ। ਬਾਬਾ ਜੀ ਬੋਲੇ, ਅਰਥ ਸਮਝੇ ਬਿਨਾ ਪੜ੍ਹਨਾ ਅੰਧੇਰੇ ਵਿੱਚ ਹੱਥ ਮਾਰਨਾ ਹੈ। ਪੰਡਤ ਨੇ ਖੁਨਸਾ ਕੇ ਕਿਹਾ, ਉਹ ਪਾਂਧੇ ਮੀਏ ਦੀ ਵਿਦਿਆ ਸੀ ਜਿਹੜੀ, ਜੇ ਤੁਸਾਂ ਕੁਝ ਅਰਥ ਕਰ ਸੁਣਾਏ। ਇਹ ਵੇਦ ਵਿਦਿਆ ਦੇ ਬਾਣੀ ਬਹੁਤ ਕਠਿਨ ਹੈ।
ਤਾਂ ਬਾਬੇ ਜੀ ਨੇ ਪੰਡਤ ਦਾ ਹੰਕਾਰ ਨੂੰ ਨਿਵਾਰਨ ਵਾਸਤੇ ਭਗਵਤ ਸੰਸਕ੍ਰਿਤ ਜੋ ਪੰਡਤ ਦੇ ਪਾਸ ਸੀ ਪੜ੍ਹ ਕੇ ਐਸੇ ਐਸੇ ਅਰਥ ਚਮਤਕਾਰੇ ਵਾਲੇ ਸੁਣਾਏ ਜਿਸ ਤੋਂ ਪੰਡਤ ਜੀ ਪਾਣੀ ਹੋ ਤੁਰੇ। ਜੋ ਬਾਣੀ ਬਾਬੇ ਨੇ ਉੱਥੇ ਉਚਾਰੀ ਉਹ ਸੀ ਦੱਖਣੀ ਓਂਕਾਰ ਰਾਮਕਲੀ ਮਹੱਲਾ ਪਹਿਲਾ। ਏਕ ਓਂਕਾਰ ਸਤਿਗੁਰੂ ਪ੍ਰਸਾਦ ਓਂਕਾਰ ਬ੍ਰਹਮਾ ਉਤਪਦ ਓਂਕਾਰ ਕੀਆ ਜਿਨ ਚਿਤ ਓਂਕਾਰ ਸੈਲ ਜੁਗ ਪਏ ਓਂਕਾਰ ਬੇਦ ਨਿਰਮਏ ਇਤਿਆਦਿਕ ਸਾਰੇ ਅੱਖਰਾਂ ਦੁਆਰਾ ਪਰਮੇਸ਼ਰ ਦੀ ਭਗਤੀ ਤੇ ਗਿਆਨ ਤੇ ਓਂਕਾਰ ਨੂੰ ਸਰਗੁਣ ਬ੍ਰਹਮ ਠਹਿਰਾ ਕੇ ਸਾਰੇ ਜਗਤ ਦੀ ਉਤਪਤੀ ਇਸੇ ਤੋਂ ਦਿਖਾਈ, ਜਿਸ ਨੂੰ ਸੁਣ ਕੇ ਪੰਡਤ ਬਾਬੇ ਜੀ ਨੂੰ ਸਰਬੱਗਿਆ ਰਿਖੀ ਬ੍ਰਹਮ ਵੇਤਾ ਮੰਨ ਕੇ ਸਤਨਾਮ ਦਾ ਉਪਦੇਸ਼ੀ ਹੋ ਗਿਆ। ਉਸ ਦਿਨ ਤੋਂ ਮੈਂ ਤੇ ਕਾਲੂ ਜੀ ਨੇ ਇਹ ਨਿਸ਼ਚੇ ਕਰ ਲਿਆ ਕਿ ਨਾਨਕ ਚੰਦ ਜੇ ਤੂੰ ਪੜ੍ਹਨਾ ਨਹੀਂ ਨਾ ਤਾਂ ਪਾਲੀਆਂ ਦੇ ਨਾਲ ਗਊਆਂ ਚਾਰਨ ਜਾਇਆ ਕਰ। ਪਿਤਾ ਦਾ ਬਚਨ ਮੰਨ ਕੇ ਖੁਸ਼ੀ ਨਾਲ ਗਊਆਂ ਚਾਰਨ ਪਾਲੀਆਂ ਨਾਲ ਜਾਣ ਲੱਗੇ। ਰਿਖੀਆਂ ਮੁਨੀਆਂ ਭਗਤਾਂ ਦੀਆਂ ਕਹਾਣੀਆਂ ਤੇ ਬਾਣੀਆਂ ਸੁਣਾ ਕੇ ਸਭ ਪਾਲੀ ਪਰਮੇਸ਼ਰ ਦੀ ਭਗਤੀ ਕਰਨ ਲਾ ਦਿੱਤੇ, ਜਿਸ ਤੋਂ ਸਾਰੇ ਪਿੰਡ ਦੇ ਮੁੰਡੇ ਸੁਧਰ ਗਏ। ਇੱਕ ਦਿਨ ਇਹਨਾਂ ਦਾ ਚੌਣਾ ਕਿਸੇ ਜ਼ਿਮੀਂਦਾਰ ਦਾ ਖੇਤ ਚਰ ਗਿਆ। ਖੇਤ ਵਾਲਾ ਗਊਆਂ ਸਮੇਤ ਪਾਲੀਆਂ ਨੂੰ ਫੜ ਕੇ ਹਾਕਮ ਪਾਸ ਲੈ ਆਇਆ। ਜਦ ਹਾਕਮ ਨੇ ਪਾਲੀਆਂ ਨੂੰ ਖੇਤੀ ਦੇ ਨੁਕਸਾਨ ਬਦਲੇ ਚੱਟੀ ਲਾਵਣੀ ਚਾਹੀ ਤਾਂ ਬਾਬਿਆ ਆਖਿਆ, ਖੇਤੀ ਨੂੰ ਦੇਖਿਆ ਜਾਵੇ, ਜੇ ਉਜਾੜ ਨਹੀਂ ਹੋਇਆ ਤਾਂ ਚੱਟੀ ਕਿਉਂ ਭਰਦੇ ਹੋ। ਹਾਕਮ ਨੇ ਖੇਤੀ ਦੇਖੀ ਤਾਂ ਹਰੀ ਭਰੀ ਨਜ਼ਰ ਆਈ। ਇਹ ਵੀ ਅਜ਼ਮਤ ਬਾਬੇ ਦੀ ਮੰਨੀ ਗਈ। ਮਹਿਤੇ ਨੇ ਬਾਬੇ ਜੀ ਨੂੰ ਗਊਆਂ ਚਾਰਨੋਂ ਹਟਾ ਕੇ ਖੇਤੀ ਕਰਵਾਉਣ ਲਾਇਆ। ਕਾਮਿਆਂ ਤੋਂ ਖੇਤੀ ਕਰਵਾਉਣ ਲੱਗੇ, ਪਰ ਕਿਸੇ ਪਸ਼ੂ ਜਾਨਵਰ ਨੂੰ ਖੇਤੀ ਚਰਨ ਤੋਂ ਨਾ ਹਟਾਉਣ। ਔੜਕ ਮਹਿਤਾ ਜੀ ਨੇ ਬਹੁਤ ਗੁੱਸੇ ਹੋ ਕੇ ਬਾਬੇ ਜੀ ਨੂੰ ਖੇਤੀ ਦੀ ਰਾਖੀ ਕਰਨੋਂ ਹਟਾ ਦਿੱਤਾ। ਗੁਰੂ ਜੀ ਤਾਂ ਹਰ ਇੱਕ ਸੋਗ ਤੋਂ ਰਹਿਤ ਸੇ, ਜੋ ਮਹਿਤਾ ਜੀ ਆਖਦੇ ਸੋ ਮੰਨ ਲੈਂਦੇ। ਆਪ ਦੁਨੀਆ ਦੌਲਤ ਦੇ ਪ੍ਰੇਮੀ ਨਹੀਂ ਸੀ, ਜਾਣੀ ਵੈਰਾਗ ਦੀ ਲੈ ਵਿੱਚ ਰਹਿਣ ਲੱਗੇ। ਜਿੱਥੇ ਬੈਠੇ ਹੋਣ ਉੱਥੇ ਹੀ ਬੈਠੇ ਰਹਿਣ, ਖਾਣੇ ਪੀਣੇ ਦੀ ਕੁਛ ਪਰਵਾਹ ਨਾ ਕਰਨ। 2-2 4-4 ਦਿਨ ਜੰਗਲ ਵਿੱਚ ਹੀ ਗੁਜ਼ਾਰ ਜਾਣ। ਕਦੇ ਘਰ ਆਉਣ ਤਾਂ ਬੈਠੇ ਰਹਿਣ, ਕਿਸੇ ਨਾਲ ਕੁਝ ਵੀ ਨਹੀਂ, ਕਿਸੇ ਨਾਲ ਕੁਝ ਵੀ ਬੋਲਣ ਨਹੀਂ। ਮਾਤਾ ਤ੍ਰਿਪਤਾ ਜੀ ਬਹੁਤ ਵਾਰੀ ਹੱਠ ਕਰੇ ਤਾਂ ਉਸ ਦਾ ਦਿਲ ਰੱਖਣ ਵਾਸਤੇ ਕੁਝ ਥੋੜ੍ਹਾ ਜਿਹਾ ਛਕ ਲੈਣ। ਸੌਣਾ ਬਹੁਤ ਥੋੜ੍ਹਾ ਕਰ ਦਿੱਤਾ ਅਤੇ ਹਰ ਵੇਲੇ ਆਤਮਾ ਦੇ ਧਿਆਨ ਵਿੱਚ ਮਗਨ ਰਹਿੰਦੇ। ਸ਼ਬਦ ਗਾਉਣ, ਕਦੇ ਵੈਰਾਗ ਵਿੱਚ ਰੋਣ ਲੱਗ ਪੈਂਦੇ, ਕਦੇ ਹੱਸਣ, ਕਦੇ ਚੁੱਪ ਕਰ ਬੈਠਣ। ਇਹੋ ਸੱਚੇ ਵੈਰਾਗਵਾਨਾਂ ਸੰਤਾਂ ਦੇ ਲੱਖਣ ਹਨ। ਦੇਖੋ ਗੁਰੂ ਬਚਨ ਯਥਾ ਰੰਗ ਹਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾਹੇ। ਇਸ ਪ੍ਰਕਾਰ ਗੁਰੂ ਜੀ ਤਾਂ ਆਪਣੇ ਪ੍ਰੀਤਮ ਦੇ ਪ੍ਰੇਮ ਵਿੱਚ ਮਗਨ ਸੀ, ਪਰ ਅਜਾਣ ਲੋਕਾਂ ਦੇ ਆਖੇ ਲੱਗ ਕੇ ਮਹਿਤਾ ਕਾਲੂ ਕਦੇ ਮੁੱਲਾ ਬੁਲਾ ਕੇ ਜੰਤਰ ਮੰਤਰ ਕਰਾਵੇ, ਕਦੇ ਹਲੂਫੇ ਦੇਵੇ, ਹਜਰਾਇਤ ਪਵਾਵੇ, ਜੋ ਕੁਛ ਕੋਈ ਆਕੇ ਉਹ ਮਹਿਤਾ ਜੀ ਕਰਨ। ਇਹ ਹਾਲ ਦੇਖ ਕੇ ਬਾਬੇ ਜੀ ਸ਼ਬਦ ਬੋਲਿਆ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਫਿਰ ਮਹਿਤਾ ਜੀ ਇੱਕ ਹਰਦਾਸ ਨਾਮੇ ਬੈਦ ਨੂੰ ਬੁਲਾ ਲਿਆ। ਜਾਂ ਨਾੜੀ ਦੇਖਣ ਲੱਗਾ ਤਾਂ ਬਾਬੇ ਨੇ ਆਪਣਾ ਹੱਥ ਖਿੱਚ ਲਿੱਤਾ ਤੇ ਸ਼ਬਦ ਪੜਿਆ। ਸ਼ਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨ ਜਾਣਈ, ਕਰਕ ਕਲੇਜੇ ਮਾਹੇ। ਬਾਬੇ ਆਖਿਆ, ਵੈਦ ਤੂੰ ਪਹਿਲਾਂ ਆਪਣਾ ਰੋਗ ਹਟਾ, ਫਿਰ ਨਾੜੀ ਨੂੰ ਹੱਥ ਲਾਵੀਂ। ਤਾਂ ਵੈਦ ਨੇ ਬੇਨਤੀ ਕੀਤੀ, ਜੀ ਮੇਰੇ ਰੋਗ ਦਾ ਦਾਰੂ ਤੁਸੀਂ ਦੱਸੋ। ਤਾਂ ਬਾਬਾ ਬੋਲਿਆ, ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਨ ਹੱਥ ਦਾਨ। ਵੈਦ ਦੇ ਭਾਗ ਜਾਗੇ, ਬਚਨ ਮੰਨ ਕੇ ਸਤਸੰਗ ਭਜਨ ਕਰਨ ਲੱਗ ਪਿਆ ਤੇ ਮਹਿਤਾ ਨੂੰ ਆਖਿਆ, ਮੇਰੇ ਆਖੇ ਭਟਕਦਾ ਨਾ ਫਿਰ। ਇਹ ਤਾਂ ਕੋਈ ਪੂਰਨ ਪੁਰਖ ਹੈ, ਇਸ ਦੀ ਦਇਆ ਦ੍ਰਿਸ਼ਟੀ ਨਾਲ ਲੱਖਾਂ ਜੀਵਾਂ ਦੇ ਰੋਗ ਦੂਰ ਹੋ ਸਕਦੇ ਹਨ। ਅਸੀਂ ਕੌਣ ਹਾਂ, ਤੂੰ ਇਸ ਨੂੰ ਰੱਬ ਦੀ ਜਾਤ ਸਮਝ। ਇੱਕ ਦਿਨ ਗੁਰੂ ਜੀ ਮਸਤੀ ਦੇ ਰੰਗ ਵਿੱਚ ਘਰੋਂ ਨਿਕਲ ਕੇ ਉਜਾੜ ਵਿੱਚ ਜਾ ਬੈਠੇ, ਭਾਲੇ ਹੋਏ ਵੀ ਨਾ ਲੱਭਣ। ਤੀਜੇ ਦਿਨ ਕੁਦਰਤ ਨਾਲ ਰਾਏ ਬੁਲਾਰ ਸ਼ਿਕਾਰ ਖੇਡਦਾ ਉੱਥੇ ਪਹੁੰਚਿਆ ਤਾਂ ਕੀ ਦੇਖੇ, ਜੋ ਗੁਰੂ ਜੀ ਸੁੱਤੇ ਪਏ ਹਨ, ਮੂੰਹ ਉੱਤੇ ਸਫੇਦ ਰੰਗ ਦਾ ਸੱਪ ਫਣ ਫੈਲਾ ਕੇ ਛਾਇਆ ਕਰੀ ਖੜਾ ਹੈ। ਇਹ ਕੌਤਕ ਦੇਖ ਹੈਰਾਨ ਹੋ ਬਾਬਾ ਵੱਲ ਤੁਰਿਆ
ਤਾਂ ਸੱਪ ਝਾੜੀ ਵਿੱਚ ਵੜ ਗਿਆ ਤੇ ਬਾਬੇ ਨੂੰ ਰਾਏ ਘਰ ਲੈ ਆਇਆ। ਇਸ ਤਰ੍ਹਾਂ ਹੋਰ ਇੱਕ ਦਿਨ ਬਾਬਾ ਜੀ ਜੰਗਲ ਵਿੱਚ ਜਾ ਕੇ ਤਾੜੀ ਲਾ ਬੈਠੇ। ਉੱਥੇ ਵੀ ਦੂਜੇ ਦਿਨ ਸ਼ਿਕਾਰ ਕਰਦਾ ਰਾਏ ਬੁਲਾਰ ਜਾ ਪਹੁੰਚਿਆ। ਦੇਖੇ ਤਾਂ ਹੋਰ ਬ੍ਰਿਛਾਂ ਦੀ ਛਾਂ ਪੂਰਬ ਦੀ ਤਰਫ ਹੈ ਤੇ ਉਸ ਬ੍ਰਿਛ ਦੀ ਛਾਇਆ ਜਿਸ ਦੇ ਹੇਠ ਬਾਬਾ ਜੀ ਬੈਠੇ ਸੀ ਤੇ ਜੋ ਹੁਣ ਮਾਲ ਸਾਹਿਬ ਸਦੀਦਾ ਹੈ, ਪੱਛੋਂ ਵੱਲ ਸੂਰਜ ਦੇ ਸਾਹਮਣੇ ਨਾਨਕ ਜੀ ਦੇ ਉੱਤੇ ਖੜੀ ਹੈ। ਰਾਏ ਅਚਰਜ ਮੰਨ ਕੇ ਬਾਬਾ ਜੀ ਦਾ ਤਨੋ ਮਨੋ ਪ੍ਰੇਮੀ ਸੇਵਕ ਬਣ ਗਿਆ ਤੇ ਉਸੇ ਤੋਂ ਇਹ ਦੋਨੋਂ ਗੱਲਾਂ ਸੁਣ ਕੇ ਹੋਰ ਲੋਕ ਵੀ ਬਾਬੇ ਜੀ ਨੂੰ ਸੱਤ ਪੁਰਖ ਮੰਨਣ ਲੱਗ ਪਏ। ਇੱਕ ਦਿਨ ਦੀ ਗੱਲ ਹੈ, ਭਾਈਚਾਰੇ ਵਿੱਚ ਵਿਆਹ ਸੀ। ਮਾਤਾ ਤ੍ਰਿਪਤਾ ਜੀ ਨੇ ਮੁੰਦਰੀ, ਕੰਗਣ, ਚੌਂਕੀ, ਕੰਠਾ, ਮਾਲਾ, ਗਹਿਣੇ ਕੱਪੜ ਪਹਿਨਾ ਦਿੱਤੇ। ਬਾਬਾ ਜੀ ਹੱਥ ਗੜਵਾ ਲੈ ਕੇ ਸੁਚੇਤੇ ਗਏ ਤਾਂ ਇੱਕ ਫਕੀਰ ਦੇ ਸਵਾਲ ਕਰਨੇ ਪਰ ਸਭੇ ਕੁਝ ਉਤਾਰ ਕੇ ਉਸੇ ਨੂੰ ਹੀ ਦੇ ਆਏ। ਕਾਲੂ ਚੰਦ ਬਹੁਤ ਰਸਾਇਆ, ਬਾਬੇ ਨੂੰ ਬੁਰਾ ਭਲਾ ਬੋਲਿਆ ਪਰ ਬਾਬਾ ਜੀ ਨੇ ਅੱਗੋਂ ਕੁਛ ਵੀ ਉੱਤਰ ਨਾ ਦਿੱਤਾ। ਰਾਏ ਬੁਲਾਰ ਨੇ ਮਹਿਤੇ ਕਾਲੂ ਨੂੰ ਬੁਲਾ ਕੇ ਕਿਹਾ, ਜੋ ਕੁਝ ਨਾਨਕ ਤੇਰੇ ਘਰੋਂ ਫਕੀਰਾਂ ਨੂੰ ਜਾਂ ਹੋਰ ਕਿਸੇ ਨੂੰ ਕੁਝ ਉਠਾ ਦੇਣ ਉਸ ਤੋਂ ਦੂਣਾ ਮੇਰੇ ਪਾਸੋਂ ਲੈ ਆਇਆ ਕਰ, ਪਰ ਉਹਨਾਂ ਨੂੰ ਖਰਾਤ ਕਰਨ ਤੋਂ ਗੁੱਸੇ ਨਾ ਹੋਵੀਂ। ਤੇ ਬਾਬੇ ਨੂੰ ਵੱਖਰੇ ਮਿਲ ਕੇ ਕਿਹਾ, ਤੁਸੀਂ ਮੇਰੇ ਖਜ਼ਾਨੇ ਤੇ ਘਰ ਨੂੰ ਆਪਣਾ ਖਜ਼ਾਨਾ ਤੇ ਘਰ ਸਮਝ ਕੇ ਜੋ ਚਾਹੀਦਾ ਹੈ ਮੰਗਵਾ ਲਿਆ ਕਰੋ। ਨਿਸ਼ੰਕ ਸਵਾਲੀ ਦਾ ਸਵਾਲ ਪੂਰਾ ਕਰਦੇ ਰਹੋ। ਉਸੇ ਦਿਨ ਤੋਂ ਬਾਬੇ ਨੂੰ ਜੋ ਕੁਛ ਚਾਹੀਏ ਠਿਕਰੀ ਉੱਤੇ ਰਾਏ ਵੱਲ ਲਿਖ ਦੇਣ ਸੋ ਮਿਲ ਜਾਵੇ। ਕਦੇ ਕਦੇ ਆਪਣੇ ਪਾਸੋਂ ਵੀ ਕੁਝ ਕੱਢ ਦੇਣ। ਅਨੇਕ ਰੋਗੀ ਸਵਾਲੀ ਆਉਣ ਖਾਲੀ ਕੋਈ ਨਾ ਜਾਵੇ। ਜਿਸ ਨੂੰ ਕੋਈ ਜੜੀ ਬੂਟੀ ਖਾਕ ਦੀ ਚੁਟਕੀ ਬਖਸ਼ ਦੇਣ ਉਹ ਰਾਜ਼ੀ ਹੋ ਜਾਵੇ, ਜਿਸ ਤੋਂ ਬਾਬੇ ਜੀ ਦੀ ਬਹੁਤ ਮਹਿਮਾ ਹੋਣ ਲੱਗ ਪਈ। ਕੋਈ ਬਾਬੇ ਪਾਸ ਪਾਰਸ ਦੱਸੇ, ਕੋਈ ਰਸਾਇਣ, ਕੋਈ ਆਖੇ ਇਹਨਾਂ ਵਾਸਤੇ ਰੱਬ ਦੇ ਖਜ਼ਾਨੇ ਖੁੱਲ੍ਹੇ ਹਨ, ਕੋਈ ਆਖੇ ਰਾਏ ਬੁਲਾਰ ਦੇ ਦੱਸੇ ਖਜ਼ਾਨੇ ਖੁੱਲ੍ਹੇ ਹਨ। ਜਾਂ ਬਾਬਾ ਜੀ 13 ਬਰਸਾਂ ਦੇ ਹੋਏ ਤਾਂ ਇੱਕ ਦਿਨ ਮਰਦਾਨੇ ਨੂੰ ਨਾਲ ਲੈ ਕੇ ਪਾਕ ਪਟਨ, ਜਿੱਥੇ ਬਾਬਾ ਫਰੀਦ ਜੀ ਦੀ ਸਮਾਧ ਹੈ, ਮੇਲਾ ਦੇਖਣ ਚਲੇ ਗਏ। ਉੱਥੇ ਬਹੁਤ ਫਕੀਰਾਂ ਨਾਲ ਕਈ ਤਰ੍ਹਾਂ ਦੀ ਚਰਚਾ ਹੁੰਦੀ ਰਹੀ। ਸ਼ੇਖ ਇਬਰਾਹਿਮ ਉੱਥੋਂ ਦੇ ਗੱਦੀ ਨਸ਼ੀਨ ਨੇ ਜੋ ਜੋ ਪ੍ਰਸ਼ਨ ਕੀਤੇ, ਗੁਰੂ ਜੀ ਨੇ ਜੋ ਜੋ ਉੱਤਰ ਦਿੱਤੇ, ਉਹ ਸਾਰੇ ਆਸਾ ਜੀ ਦੀ ਵਾਰ ਵਿੱਚ ਹਨ। ਕਈ ਦਿਨ ਪਿੱਛੋਂ ਘਰ ਆਏ ਤਾਂ ਮਹਿਤਾ ਕਾਲੂ ਨੇ ਸੋਚਿਆ, ਨਾਨਕ ਚੰਦ ਹੁਣੇ ਫਕੀਰਾਂ ਦੇ ਮੇਲੇ ਦੇਖਣ ਲੱਗ ਪਿਆ ਹੈ, ਕਿਤੇ ਫਕੀਰ ਨਾ ਬਣ ਜਾਵੇ ਤਾਂ ਇਸ ਨੂੰ ਹੱਟੀ ਪਾ ਦਈਏ, ਸੌਦਾ ਦੇਣੇ ਲੈਣੇ ਵਿੱਚ ਪਰਚ ਰਹੇਗਾ। ਇਹ ਸੋਚ ਕੇ ਬਾਬੇ ਜੀ ਨੂੰ 20 ਰੁਪਏ ਤੇ ਭਾਈ ਬਾਲੇ ਨੂੰ ਸਾਥ ਦੇ ਕੇ ਆਖਿਆ, ਹੱਟੀ ਵਾਸਤੇ ਬਹੁਤ ਖਰਾ ਨਫੇ ਵਾਲਾ ਸੌਦਾ ਖਰੀਦ ਲਿਆਓ। ਬਾਬਾ ਜੀ ਆਗਿਆ ਮੰਨ ਕੇ ਘੋੜੀ ਤੇ ਸਵਾਰ ਹੋ ਕੇ ਤਲਵੰਡੀਓਂ 12 ਮੀਲ ਪਿੰਡ ਪਾਸ ਗਏ ਤਾਂ ਉੱਥੇ ਇੱਕ ਜਮਾਤ ਖਾਕੀ ਫਕੀਰਾਂ ਦੀ ਬੈਠੀ ਦੇਖ ਕੇ ਘੋੜੀ ਉੱਤੋਂ ਉਤਰੇ। ਬਾਬੇ ਨੇ ਮੱਥਾ ਟੇਕਿਆ। ਬੈਠ ਕੇ ਬਚਨ ਬਿਲਾਸ ਕਰਨ ਤੋਂ ਮਾਲੂਮ ਹੋਇਆ ਕਿ ਸੰਤਾਂ ਨੂੰ ਭੋਜਨ ਨਹੀਂ ਆਇਆ। ਗੁਰੂ ਜੀ ਨੇ ਆਖਿਆ, ਭਾਈ ਬਾਲਾ, ਸਾਨੂੰ ਪਿਤਾ ਦੀ ਆਗਿਆ ਹੈ ਕਿ ਬਹੁਤ ਨਫੇ ਵਾਲਾ ਖਰਾ ਸੌਦਾ ਖਰੀਦਣਾ ਹੈ, ਸੋ ਭੁੱਖੇ ਸੰਤਾਂ ਨੂੰ ਛਕਾਉਣ ਵਰਗਾ ਹੋਰ ਖਰਾ ਸੌਦਾ ਨਫੇ ਵਾਲਾ ਕੋਈ ਨਹੀਂ ਹੋਣਾ। ਬਾਲੇ ਨੇ ਆਖਿਆ, ਜੀ ਆਪ ਜੀ ਦੀ ਰਜਾਈ। ਬਾਬੇ ਨੇ 20 ਰੁਪਏ ਜਮਾਤ ਦੇ ਮਹੰਤ ਅੱਗੇ ਰੱਖ ਦਿੱਤੇ। ਸੰਤਾਂ ਨੇ ਸਾਧਨ ਭੋਜਨ ਵਿੱਚ ਖਰਚ ਕਰ ਲਏ। ਬਾਬਾ ਜੀ ਘਰ ਨੂੰ ਮੁੜ ਆਏ ਪਰ ਮਹਿਤੇ ਜੀ ਤੋਂ ਡਰਦੇ ਪੀਲੂ ਦੇ ਬ੍ਰਿਛ ਹੇਠ, ਜਿਸ ਨੂੰ ਹੁਣ ਤੰਬੂ ਸਾਹਿਬ ਆਖਦੇ ਹਨ, ਛਿਪ ਰਹੇ। ਮਹਿਤਾ ਜੀ ਨੇ ਇਹ ਸਵਾਲ ਭਾਈ ਬਾਲੇ ਤੋਂ ਸੁਣ ਕੇ ਅਤਿਅੰਤ ਗੁੱਸੇ ਹੋ ਬਾਬੇ ਨੂੰ ਜਾ ਫੜਿਆ ਤੇ ਬੜਾ ਖਿੱਝ ਕੇ ਘਰ ਲੈ ਆਏ ਤੇ ਮਾਤਾ ਤ੍ਰਿਪਤਾ ਨੂੰ ਤਾਨੇ ਨਾਲ ਆਖਿਆ, ਚੰਗਾ ਚੌੜ ਚਾਨਣ ਪੁੱਤਰ ਜਣਿਓ, ਕਰ ਆਏ ਉਹ ਸੁਦਾਗਰੀ। ਤਾਂ ਬਾਬਾ ਜੀ ਨੇ ਬਹੁਤ ਧੀਰਜ ਨਾਲ ਆਖਿਆ, ਪਿਤਾ ਜੀ, ਤੁਸਾਂ ਹੁਕਮ ਦਿੱਤਾ ਸੀ ਕਿ ਬਹੁਤ ਨਫੇ ਵਾਲਾ ਖਰਾ ਸੌਦਾ ਖਰੀਦਣਾ, ਸੋ ਮੈਂ ਤਾਂ ਖਰਾ ਸੌਦਾ ਕੀਤਾ ਹੈ। ਮਹਿਤੇ ਆਖਿਆ, ਤਾਂ ਹੀ ਤਾਂ ਡੁੱਬੇ ਜੋ ਸਾਹ ਨਾ ਆਇਆ। ਤਦੋਂ ਨੂੰ ਪ੍ਰੋਹਤ ਸਾਹਮਣੇ ਨਜ਼ਰ ਪਿਆ ਤਾਂ ਖਿੱਝ ਕੇ ਬੋਲਿਆ, ਵਾਹ ਪੰਡਤ ਹਰਦਿਆਲ, ਨਿਹਾਲ ਕੀਤੋਈ, ਕਿੱਥੇ ਡੁੱਬੀ ਤੇਰੀ ਪੱਤਰੀ। ਤੂੰ ਤਾਂ ਆਖਦਾ ਸੈਂ ਨਾਨਕ ਦੇ ਸਿਰ ਛੱਤਰ ਝੁੱਲਣਗੇ, ਹਿੰਦੂ ਤੁਰਕ ਦੋਵੇਂ ਦੀਨ ਮੰਨਣਗੇ। ਬਸ ਇਸੇ ਅਕਲ ਦੇ ਮਾਲਕ ਨੂੰ ਕਹਿੰਦਾ ਸੈਂ ਜੋ ਨਫੇ ਦੀ ਥਾਂ ਮੂਲ ਹੀ ਡੋਬ ਆਇਆ। ਜਦ ਇਹ ਖਬਰ ਰਾਏ ਨੇ ਸੁਣੀ ਤਾਂ ਮਹਿਤੇ ਨੂੰ ਬੁਲਾ ਕੇ ਝਿੜਕਿਆ ਤੇ ਆਖਿਆ,
ਜਦ ਮੈਂ ਤੈਨੂੰ ਹੁਕਮ ਦੇ ਰੱਖਿਆ ਹੈ ਕਿ ਜੋ ਕੁਝ ਨਾਨਕ ਜੀ ਖਰਚੇ ਤੂੰ ਮੇਰੇ ਖਜ਼ਾਨੇ ਵਿੱਚੋਂ ਲੈ ਜਾਇਆ ਕਰ, ਪਰ ਇਸ ਨੂੰ ਕੁਝ ਨਾ ਆਖੀ, ਫਿਰ ਤੂੰ ਨਾਨਕ ਨੂੰ ਕਿਉਂ ਗੁੱਸੇ ਹੁੰਨਾ ਹੈ? ਕੀ ਕਰਾਂ, ਤੂੰ ਨਾਨਕ ਦਾ ਬਾਪ ਹੈ, ਨਹੀਂ ਤਾਂ ਤੈਨੂੰ ਹੁਣੇ ਸਜ਼ਾ ਦਿੰਦਾ। ਬਾਬੇ ਜੀ ਦੇ ਖਰਚ ਖਰਾਇਤ ਕਰਨ ਤੋਂ ਯਦਪ ਮਹਿਤਾ ਜੀ ਤਾਂ ਹਮੇਸ਼ਾ ਕ੍ਰੋਧ ਹੀ ਕਰਦਾ ਰਹਿੰਦਾ, ਪਰ ਮਾਤਾ ਤ੍ਰਿਪਤਾ ਜੀ ਤੇ ਭੈਣ ਨਾਨਕੀ ਜੀ ਬਾਬੇ ਦੀ ਬਹੁਤ ਸਹਾਇਤਾ ਰੱਖਦੀਆਂ। ਸੰਮਤ 1541 ਬਿਕਰਮੀ ਨੂੰ ਜੈਰਾਮ ਨਾਲ ਸੂਬੇ ਦੌਲਤ ਖਾਂ ਲੋਧੀ ਦਾ ਦੀਵਾਨ ਬਾਬੇ ਜੀ ਦੀ ਭੈਣ ਨਾਨਕੀ ਦਾ ਮੁਕਲਾਵਾ ਲੈਣ ਆਇਆ। ਇਹ ਸੰਨ 1521 ਬਿਕਰਮੀ ਵਿੱਚ ਪੈਦਾ ਹੋਈ ਸੀ। ਸੰਮਤ 1537 ਬਿਕਰਮੀ ਨੂੰ ਜੈਰਾਮ ਸੁਲਤਾਨਪੁਰ ਵਾਲੇ ਨਾਲ ਦਵਾਬੇ ਵਿੱਚੋਂ, ਜੋ ਹੁਣ ਕਪੂਰਥਲੇ ਦੇ ਰਾਜ ਵਿੱਚ ਹੈ, ਵਿਆਹੀ ਗਈ ਸੀ। ਉਸ ਦਿਨ ਬਾਬੇ ਜੀ ਦੇ ਚੰਗੇ ਕੱਪੜੇ ਤੇ ਇੱਕ ਸੋਨੇ ਦੀ ਅੰਗੂਠੀ ਮਾਤਾ ਤ੍ਰਿਪਤਾ ਨੇ ਪਹਿਨਾ ਰੱਖੀ ਸੀ। ਉਹਨਾਂ ਦਿਨਾਂ ਵਿੱਚ ਇੱਕ ਕਪਟੀ ਨਾਂਗਾ ਸਾਧ ਬਣ ਕੇ ਪਿੰਡ ਦੇ ਬੂਹੇ ਅੱਗੇ ਬੈਠਾ ਤਪ ਕਰਦਾ ਹੁੰਦਾ ਸੀ। ਬਾਬਾ ਜੀ ਉਸ ਦੇ ਖਾਣ ਪਾਣ ਦੀ ਖਬਰ ਰੱਖਦੇ। ਉਸਨੇ ਬਾਬੇ ਦੇ ਹੱਥ ਅੰਗੂਠੀ ਗੜਵਾ ਦੇਖ ਕੇ ਦੋਹਾਂ ਦਾ ਸਵਾਲ ਕੀਤਾ। ਬਾਬੇ ਨੇ ਦੇ ਦਿੱਤੇ, ਜਿਸ ਤੋਂ ਕਾਲੂ ਜੀ ਨੇ ਬਹੁਤ ਛਿੱਥੇ ਹੋ ਕੇ ਬਾਬੇ ਨੂੰ 2-3 ਚਪੇੜਾਂ ਕੱਢ ਮਾਰੀਆਂ ਅਤੇ ਆਖਿਓਸ, ਬਾਬਾ ਮੇਰੇ ਘਰੋਂ ਨਿਕਲ ਜਾ, ਕਿਉਂ ਤੂੰ ਮੈਨੂੰ ਉਜਾੜਨ ਡਿਆ ਏ? ਮੈਂ ਤੇਰਾ ਫਰੂ ਨਹੀਂ, ਮੈਂ ਤਾਂ ਬਥੇਰਾ ਭੌਂਕ ਚੌਂਕ ਰਿਹਾ, ਪਰ ਤੇਰੇ ਦੀਦੇ ਇੱਕ ਨਾ ਲੱਗੀ। ਇਹ ਗੱਲ ਰਾਏ ਨੇ ਸੁਣ ਕੇ ਮਹਿਤੇ ਨੂੰ ਬੁਲਾ ਕੇ ਆਖਿਆ ਕਿ ਵੱਤ ਕਾਲੂ ਨਾ ਟਲਿਓ। ਕਾਲੂ ਬੋਲਿਆ, ਜੀ ਪਸ਼ੂ ਟਲਿਓ, ਘਰ ਵਿੱਚ ਕੁਝ ਨਹੀਂ ਛੱਡਦਾ। ਔੜਕ ਰਾਏ ਨੇ ਰੋਜ਼ ਦਾ ਖਰਖਸਾ ਮੇਟਣ ਲਈ ਬਾਬੇ ਜੀ ਨੂੰ ਜੈਰਾਮ ਦੇ ਨਾਲ ਤੋਰਨ ਦੀ ਰਾਏ ਦਿੱਤੀ। ਸੋ ਕਾਲੂ ਚੰਦ ਨੇ ਖੁਸ਼ੀ ਹੋ ਕੇ ਬਾਬੇ ਨੂੰ ਸੁਲਤਾਨਪੁਰ ਭੇਜ ਦਿੱਤਾ। ਤੁਰਨ ਸਮੇਂ ਜਦ ਮਾਤਾ ਤ੍ਰਿਪਤਾ ਨੂੰ ਬਾਬੇ ਮੱਥਾ ਟੇਕਿਆ ਤਾਂ ਮਾਤਾ ਨੇ ਬੁੱਕਲ ਵਿੱਚ ਲੈ ਕੇ ਪੁੱਤਰ ਦਾ ਮੂੰਹ ਮੱਥਾ ਚੁੰਮਿਆ ਅਤੇ ਨੇਤਰ ਭਰ ਕੇ ਆਖਿਆ, ਪੁੱਤਰ, ਮੈਨੂੰ ਤਾਂ ਤੇਰੇ ਨਾਲ ਹੀ ਜਹਾਨ ਵਸਦਾ ਹੈ। ਮੇਰਾ ਧਰਵਾਸ ਤੂੰ ਹੀ ਹੈ। ਤੈਨੂੰ ਵੇਖ ਕੇ ਨੇਤਰ ਠੰਡੇ ਰਹਿੰਦੇ ਹਨ। ਫੇਰ ਖਬਰੇ ਕਦੋਂ ਮਿਲਸੇ। ਬਾਬਾ ਜੀ ਨੇ ਕਿਰਪਾ ਕਰ ਗਿਆਨ ਦ੍ਰਿਸ਼ਟੀ ਦੇ ਕੇ ਮਾਤਾ ਦਾ ਮੋਹ ਦੂਰ ਕੀਤਾ ਅਤੇ ਇਹਨਾਂ ਨੂੰ ਮਿਲ ਗਿਲ ਫੱਗਣ ਵਿੱਚ ਤਲਵੰਡੀ ਤੋਂ ਚੱਲ ਕੇ ਭਾਈ ਬਾਲੇ ਸਮੇਤ ਸੁਲਤਾਨਪੁਰ 5ਵੇਂ ਦਿਨ ਪਹੁੰਚੇ। ਬੀਬੀ ਨਾਨਕੀ ਤੇ ਦੀਵਾਨ ਜੈਰਾਮ ਬਹੁਤ ਖੁਸ਼ ਹੋਏ। 5 ਦਿਨ ਗੁਜ਼ਰੇ ਤਾਂ ਬਾਬਾ ਜੀ ਨੇ ਜੈਰਾਮ ਨੂੰ ਆਖਿਆ, ਜੀਜਾ ਜੀ, ਸਾਨੂੰ ਵੀ ਕਿਤੇ ਕਾਰੇ ਲਾਓ, ਕਿਉਂਕਿ ਕਿਰਤ ਕਰ ਖਾਣੀ ਚੰਗੀ ਹੈ। ਮੈਨੂੰ ਹਿੰਦੀ ਲਿਖਣਾ ਪੜ੍ਹਨਾ ਯਾਦ ਹੈ। ਬੀਬੀ ਜੀ ਬੋਲੀ, ਭਾਈ ਜੀ, ਤੁਸੀਂ ਕਿਉਂ ਜੰਜਾਲਾਂ ਵਿੱਚ ਪੈਂਦੇ ਹੋ? ਸੰਸਾਰ ਦੇ ਵਿਹਾਰ ਜੰਜਾਲ ਰੂਪ ਹਨ। ਬਾਬੇ ਆਖਿਆ, ਭੈਣ ਜੀ, ਕੋਈ ਖਟਕਾ ਨਾ ਕਰੋ, ਕਰਤਾਰ ਆਪੇ ਨਿਭਾਏਗਾ। ਕੰਮ ਕਰਕੇ ਖਾਣਾ ਪਵਿੱਤਰ ਹੁੰਦਾ ਹੈ। ਬਾਬੇ ਦੀ ਮਰਜ਼ੀ ਦੇਖ ਕੇ ਦੀਵਾਨ ਜੈਰਾਮ ਉਹਨਾਂ ਨੂੰ ਕੋਈ ਕੰਮ ਦਿਵਾਉਣ ਦੇ ਫਿਕਰ ਵਿੱਚ ਹੋ ਗਿਆ। ਤਰਦਦ ਕਰਕੇ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਦੀ ਕਾਰ ਬਾਬੇ ਨੂੰ ਦਵਾ ਦਿੱਤੀ। ਜਾਂ ਨਵਾਬ ਨੂੰ ਨਜ਼ਰ ਦਵਾਈ ਤਾਂ ਨਵਾਬ ਬਾਬੇ ਦੀ ਤਰ੍ਹਾਂ ਵਜ਼ਾ ਦੇਖ ਕੇ ਬੋਲਿਆ, ਇਹ ਤਾਂ ਕੋਈ ਔਲੀਆ ਜਿਹਾ ਦਿਸਦਾ ਹੈ, ਮੋਦੀ ਦਾ ਕੰਮ ਕਿਵੇਂ ਨਿਭਾਏਗਾ? ਬਾਬੇ ਨੇ ਬਚਨ ਕੀਤਾ, ਸਭ ਦੇ ਕੰਮ ਕਰਤਾਰ ਦੇ ਹੱਥ ਹਨ। ਆਦਮੀ ਦਾ ਉਦਮ ਉਹ ਸਫਲ ਕਰਨ ਵਾਲਾ ਹੈ। ਔੜਕ 5 ਵੈਸਾਖ ਸੰਮਤ 1542 ਬਿਕਰਮੀ ਨੂੰ ਬਾਬਾ ਜੀ ਦੇ ਸਪੁਰਦ ਮੋਦੀ ਖਾਨੇ ਦਾ ਕੰਮ ਹੋਇਆ ਤਾਂ ਭਾਈ ਬਾਲੇ ਆਖਿਆ, ਤੁਸੀਂ ਤਾਂ ਖੱਤਰੀ ਪੁੱਤਰ ਹੁਣ ਆਪਣੇ ਕੰਮ ਲੱਗੇ, ਮੈਨੂੰ ਰਜਾਏ ਦਿਓ ਤਾਂ ਜੋ ਮੈਂ ਵੀ ਆਪਣੀ ਕਿਤੇ ਖੇਤੀ ਕਰਾਂ, ਕਿਉਂਕਿ ਮੈਂ ਤਾਂ ਜੱਟ ਪੁੱਤਰ ਹਾਂ, ਖੇਤੀ ਬਿਨਾਂ ਹੋਰ ਕੁਝ ਨਹੀਂ ਕਰਨਾ ਜਾਣਦਾ। ਬਾਬੇ ਆਖਿਆ, ਭਾਈ ਬਾਲਿਆ, ਗੁਜ਼ਰ ਕਰ, ਅਸਾਂ ਇਹ ਕਸਬ ਹਮੇਸ਼ ਨਹੀਂ ਕਰਨਾ। ਜਿਹੜਾ ਕੰਮ ਅਸਾਂ ਤੁਸਾਂ ਹਮੇਸ਼ ਕਰਨਾ ਹੈ, ਉਸ ਦਾ ਸਮਾਂ ਦੂਰ ਨਹੀਂ। ਧੀਰਜ ਕਰ, ਜੋ ਚਾਹੀਏ ਸੋ ਲੈ, ਪਰ ਜਾ ਨਹੀਂ। ਬਾਲੇ ਆਖਿਆ, ਜੀ ਜੋ ਰਜਾਏ ਤੁਹਾਡੀ, ਮੈਂ ਤੁਹਾਡੇ ਵੱਸ ਹਾਂ। ਬਾਬਾ ਜੀ ਜੋਖ ਦੇਣ ਤੇ ਬਾਲਾ ਜੀ ਰਸਦ ਅੰਦਰੋਂ ਕੱਢ ਕੇ ਦੇਣ ਉੱਤੇ ਲੱਗੇ। ਇਸੇ ਤਰ੍ਹਾਂ ਕੰਮ ਕਰਨ ਲੱਗੇ। ਬਾਬਾ ਹੋਰੀ ਸਭ ਨੂੰ ਝੁਕਦਾ ਜੋਖਣ, ਜੈਸੀ ਰਸਦ ਨਵਾਬ ਦੇ ਘਰ ਜਾਵੇ ਤੈਸੀ ਹੋਰ ਲੋਕਾਂ ਨੂੰ ਮਿਲੇ। ਸਵਾਲੀ ਫਕੀਰ ਗਰੀਬ ਕੋਈ ਖਾਲੀ ਨਾ ਜਾਵੇ, ਹਰ ਵੇਲੇ ਭੀੜ ਬਣੀ ਰਹੇ। ਬਹੁਤ ਜਸ ਪੁੰਨ ਹੋਣ ਲੱਗਾ। ਕਦੇ ਕਦੇ ਪ੍ਰੇਮ ਵਿੱਚ ਜੋਖਦੇ ਹੋਏ 13 ਇਹ ਆਵਾਜ਼ਾਂ ਬੋਲਦੇ ਰਹਿਣ। 1 ਤੋਂ 50 ਤੱਕ ਕਾਈ ਗਿਣਤੀ ਨਾ ਕਰਨ। ਹੋਰ ਤਾਂ ਸਾਰੇ ਲੋਕ ਖੁਸ਼ੀ ਸੇ, ਪਰ ਨਿੰਦਕ ਮਤਸਰੀ ਲੋਕ ਜਲਨ। ਕਈ ਵਾਰੀ ਚੁਗਲਾਂ ਨੇ ਨਵਾਬ ਪਾਸ ਚੁਗਲੀ ਉਂਗਲੀ ਕਿ ਮੋਦੀ ਤੇਰਾ ਘਰ ਲੁਟਾਏ ਰਿਹਾ ਹੈ,
ਪਰ ਪਾਸੋਂ ਸਿਪਾਹੀ ਤੇ ਹੋਰ ਕਾਰਦਾਰ ਜਿਨ੍ਹਾਂ ਦੇ ਘਰ ਰਸਤ ਬਹੁਤ ਚੰਗੀ ਜਾਂਦੀ ਸੀ, ਬਾਬੇ ਦੀ ਵਡਿਆਈ ਤੇ ਸੱਚਾਈ ਸਫਾਈ ਕਹਿ ਕੇ ਚੁਗਲੀ ਦਾ ਅਸਰ ਉਡਾ ਛੱਡਣ। ਔੜਕ 1 ਸਾਲ ਪਿੱਛੋਂ ਵਕੀਲਾਂ ਦੀ ਬਾਤ ਦੀ ਸੁਣੀ ਗਈ। ਨਵਾਬ ਦੇ ਮੋਦੀਖਾਨੇ ਦੀ ਪੜਤਾਲ ਤੇ ਹਿਸਾਬ ਹੋਣ ਦਾ ਹੁਕਮ ਦਿੱਤਾ। ਜੈ ਰਾਮ ਬਹੁਤ ਡਰਿਆ, ਪਰ ਬੀਬੀ ਜੀ ਨੇ ਧੀਰਜ ਬੰਧਾਇਆ। ਬਾਬੇ ਨੂੰ ਇੱਕ ਕੋਠੜੀ ਵਿੱਚ ਬਿਠਾ ਰੱਖਿਆ, ਜੋ ਹੁਣ ਕੋਠੜੀ ਸਾਹਿਬ ਅਤੇ ਰਸਤ ਜੋਖਣ ਦੀ ਜਗ੍ਹਾ ਦਾ ਨਾਮ ਮੋਦੀਖਾਨਾ ਮਸ਼ਹੂਰ ਹੈ। ਜੇਠ ਸਨ 1543 ਬਿਕਰਮੀ ਨੂੰ ਰੁਪਏ ਬਾਬੇ ਦੇ ਨਵਾਬ ਵੱਲ ਵੱਧ ਨਿਕਲੇ। ਇਸੇ ਤਰ੍ਹਾਂ ਜਦ ਲੇਖਾ ਹੋਵੇ ਵਾਧਾ ਹੀ ਵਾਧਾ ਨਿਕਲਦਾ ਰਹੇ। ਔੜਕ ਨਵਾਬ ਨੇ ਚੁਗਲੀ ਸੁਣਨੀ ਬੰਦ ਕਰ ਦਿੱਤੀ। ਨਵਾਬ ਨੇ ਬਾਬੇ ਨੂੰ ਦੁਸ਼ਾਲਾ ਦਿੱਤਾ ਤੇ ਮੋਦੀਖਾਨਾ ਸਪੁਰਦ ਕੀਤਾ। ਇਹ ਤਾਂ ਨਹੀਂ ਚਾਹੁੰਦੇ ਸਨ, ਪਰ ਮੈਂ ਰਾਮ ਆਦਿਕ ਸਾਰੇ ਕਾਰਾਦਰਾਂ, ਸਿਪਾਹੀਆਂ ਤੇ ਗਰੀਬ ਫਕੀਰਾਂ ਦੇ ਆਖੇ ਫੇਰ ਕੰਮ ਕਰਨ ਲੱਗੇ। 1-2 ਵਾਰੀ ਮਹਿਤਾ ਕਾਲੂ ਬਾਬੇ ਜੀ ਪਾਸ ਆਇਆ। ਉਹ ਉਪਦੇਸ਼ ਕਰੇ, ਰੁਪਏ ਜੋੜੋ, ਲੁਟਾਓ ਨਾ। ਜੋ ਕੁਝ ਜੋੜਿਆ ਹੈ ਮੈਨੂੰ ਦਿਓ, ਘਰ ਲੈ ਜਾਵਾਂ। ਇਸੇ ਮੋਦੀਖਾਨੇ ਦੀ ਵਡਿਆਈ ਵਿੱਚ ਕੁੜਮਾਈ ਹੋ ਕੇ 7 ਜੇਠ ਸੰਮਤ 1545 ਬਿਕਰਮੀ ਨੂੰ ਪ੍ਰਗਣੇ ਗੁਰਦਾਸਪੁਰ ਪੱਖੋਂ ਪਿੰਡ, ਜੋ ਰੰਧਾਵੇ ਜੱਟਾਂ ਦਾ ਹੈ, ਮੂਲ ਚੰਦ ਚੌਣੇ ਖੱਤਰੀ ਦੀ ਬੇਟੀ ਸੁਲੱਖਣੀ ਜੀ ਦੇ ਨਾਲ ਬਾਬੇ ਨਾਨਕ ਜੀ ਦਾ ਵਿਆਹ ਹੋਇਆ। 5 ਸਾਵਣ ਸਨ 1551 ਬਿਕਰਮੀ ਨੂੰ ਸ਼੍ਰੀ ਚੰਦ ਜੀ ਅਤੇ 1553 ਬਿਕਰਮੀ ਨੂੰ ਲਖਮੀ ਚੰਦ ਜੀ ਗੁਰੂ ਸਾਹਿਬ ਦੇ ਸਪੁੱਤਰ ਪ੍ਰਗਟ ਹੋਏ। ਜਦ ਗ੍ਰਸਤ ਦਾ ਫਲ 2 ਫਰਜ਼ੰਦ ਆਨੰਦਦਾਇਕ ਬੁਲੰਦ ਪ੍ਰਤਾਪ ਬਾਬੇ ਦੇ ਘਰ ਹੋ ਗਏ, ਤਾਂ ਬਾਬੇ ਜੀ ਨੇ ਸੰਸਾਰ ਦੇ ਕਾਰ ਵਿਹਾਰਾਂ ਦੀ ਇੱਛਾ ਛੱਡ ਕੇ ਪ੍ਰਾਣੀਆਂ ਦੇ ਉਧਾਰ ਵਾਸਤੇ ਦੇਸ਼ਾਂਤਰਾਂ ਦਾ ਸੈਲ ਕਰਨਾ ਚਾਹਿਆ। ਇੱਕ ਦਿਨ ਰੋਜ਼ ਦੇ ਵਿਹਾਰ ਅਨੁਸਾਰ ਵੇਈਂ ਨਾਮ ਨਦੀ ਪਰ ਇਸ਼ਨਾਨ ਕਰਨ ਗਏ ਤੇ 3 ਦਿਨ ਤੱਕ ਉੱਥੋਂ ਮੁੜ ਨਾ ਆਏ। ਜਦ ਬਾਬੇ ਦਾ ਵਿਆਹ ਹੋਇਆ ਤਾਂ ਜਿੰਕੂ ਪਹਿਲੇ ਹਮੇਸ਼ ਸਾਸੰਗ ਵਿੱਚ ਰਾਤ ਗੁਜ਼ਾਰਦੇ, ਉਸੇ ਤਰ੍ਹਾਂ ਫਕੀਰਾਂ ਪਾਸ ਰਹਿਣ, ਕਿਉਂਕਿ ਉਹਨਾਂ ਪਾਸ ਹਿੰਦੂ ਮੁਸਲਮਾਨ ਸੰਤ ਬਹੁਤ ਟਿਕੇ ਰਹਿੰਦੇ ਸੀ। ਸੰਸਾਰ ਦੇ ਸੁੱਖ ਭੋਗਣ ਦੀ ਤੇ ਪੁੱਤਰ ਧੀਆਂ ਪੈਦਾ ਕਰਕੇ ਦੁਨੀਆ ਦੌਲਤ ਦੀ ਬਾਬੇ ਨਾਨਕ ਨੂੰ ਕਦੇ ਇੱਛਾ ਨਹੀਂ ਸੀ ਫੁਰੀ। ਬੀਬੀ ਨਾਨਕੀ ਜੀ ਨੇ ਇਹਨਾਂ ਨੂੰ ਵੱਖਰਾ ਘਰ ਲੈ ਦਿੱਤਾ, ਸਭ ਸਮਾਨ ਘਰ ਦਾ ਬਣਾ ਦਿੱਤਾ। ਬਾਬੇ ਦੇ ਘਰੋਂ ਸੁਲੱਖਣੀ ਜੀ ਵੱਖਰੀ ਰਸੋਈ ਕਰਨ ਲੱਗੀ। ਭਾਈ ਬਾਲਾ ਜੀ ਬਾਬੇ ਨੂੰ ਦਿਨੇ ਘਰ ਤਾਂ ਲੈ ਜਾਣ, ਪਰ ਪ੍ਰਸ਼ਾਦ ਛਕ ਆਉਣ ਔਰ ਘਰ ਵਿੱਚ ਬੈਠਣ ਨਹੀਂ। ਬਾਬਾ ਜੀ ਨੂੰ ਅਨੇਕ ਵਾਰੀ ਬੇਬੇ ਨਾਨਕੀ ਨੇ ਆਖਿਆ, ਭਰਾ ਜੀ ਤੁਸੀਂ ਰਾਤ ਨੂੰ ਘਰ ਪ੍ਰਸ਼ਾਦਾ ਛਕੋ ਤੇ ਘਰ ਵਿੱਚ ਹੀ ਸੋਇਆ ਕਰੋ। ਮੈਨੂੰ ਬੜੀ ਭਾਰੀ ਸਿੱਖ ਹੈ ਜੋ ਤੇਰੇ ਪੁੱਤਰ ਧੀਆਂ ਨੂੰ ਖੜਾਵਾਂ। ਮਾਤਾ ਤ੍ਰਿਪਤਾ ਜੀ ਵੀ, ਜੋ ਕਈ ਮਹੀਨੇ ਬਾਬਾ ਜੀ ਦੇ ਪਾਸ ਆਏ ਰਹੇ ਸੀ, ਅਨੇਕ ਹੇਰ-ਫੇਰ ਕਰਕੇ ਹਮੇਸ਼ਾ ਇਹੋ ਬਾਤ ਆਖਿਆ ਕਰਦੀ, ਪੁੱਤਰ ਨਾਨਕ ਮੈਂ ਪੋਤੇ ਖਿਲਾਉਣ ਦੀ ਇੱਛਾ ਕਰਦੀ ਹਾਂ। ਲਿਖਿਆ ਹੈ ਕਿ ਬਾਬੇ ਜੀ ਨੇ ਉਹਨਾਂ ਦੀ ਮਨਸ਼ਾ ਸਮਝ ਕੇ ਇੱਕ ਦਿਨ 2 ਲੌਂਗ ਸੁਲੱਖਣੀ ਜੀ ਨੂੰ ਦਿੱਤੇ, ਜਿਸ ਤੋਂ 2 ਪੁੱਤਰ ਹੋਏ। ਇੱਕ ਦਿਨ ਬਾਬਾ ਨਾਨਕ ਜੀ ਆਪਣੀ ਦੁਕਾਨ ਉੱਤੇ ਬੈਠਾ ਸੀ। ਇੱਕ ਸੰਤ ਰੱਬ ਦੀ ਸੂਰਤ, ਜਿਸ ਨੂੰ ਕਿਸੇ ਨੇ ਕਦੇ ਨਹੀਂ ਦੇਖਿਆ ਸੀ, ਬੜੇ ਤੇਜ ਵਾਲਾ ਆਇਆ। ਬਾਬੇ ਨੂੰ ਆਖਿਆ, ਨਾਨਕ ਨਿਰੰਕਾਰੀ, ਇਹ ਕੰਮ ਤਾਂ ਜੈਸਾ ਚਾਹੀਦਾ ਸੀ ਹੋ ਲਿੱਤਾ। ਬਿੰਦੀ ਬੰਸ ਤੁਮਾਰੀ ਬਹੁਤ ਵਧੇਗੀ। ਹੁਣ ਉਹ ਕੰਮ ਕਰੋ ਜਿਸ ਵਾਸਤੇ ਸੰਸਾਰ ਵਿੱਚ ਤੁਸੀਂ ਆਏ ਹੋ। ਉਹ ਫਕੀਰ ਉਂਦੂ ਪਹਿਲਾਂ ਕਦੇ ਕਿਸੇ ਨਹੀਂ ਡਿੱਠਾ ਸੀ ਤੇ ਨਾ ਹੀ ਨਾਲ ਨਿਰੰਕਾਰੀ ਨਾਮ ਬਾਬੇ ਦਾ ਕਿਸੇ ਵੀ ਲਿਆ ਸੀ। ਬਾਬਾ ਜੀ ਉਸ ਨਾਲ ਸਹਿਜ ਭਾਵ ਹੋ ਲਏ ਤੇ ਵੇਈਂ ਨਦੀ ਕਿਨਾਰੇ ਥੋੜ੍ਹੀ ਦੂਰ ਤੱਕ ਲੋਕਾਂ ਨੇ ਗੱਲਾਂ ਕਰਦੇ ਦੇਖੇ। ਫਿਰ ਦੋਵੇਂ ਗਾਇਬ ਹੋਏ। ਤੀਜੇ ਦਿਨ ਫਕੀਰੀ ਲਿਬਾਸ ਵਿੱਚ ਬਾਬਾ ਜੀ ਗੌਰਾਂ ਵਿੱਚ ਬੈਠੇ ਲੋਕਾਂ ਨੇ ਦੇਖੇ। ਉਸ ਦਿਨ ਤੋਂ ਫਿਰ ਨਾ ਘਰ ਨਾ ਮੋਦੀਖਾਨੇ ਕਿਤੇ ਨਹੀਂ ਗਏ। ਲੋਕਾਂ ਨੂੰ ਰੱਬ ਦੇ ਸੱਚੇ ਰਾਹ ਪਰ ਚਲਾਉਣ ਲੱਗ ਪਏ। ਜਦ ਬਾਬਾ ਜੀ ਵੇਈਂ ਨਦੀ ਵਿੱਚ ਹਮੇਸ਼ਾ ਵਾਂਗੂ ਇਸ਼ਨਾਨ ਕਰਨ ਗਏ, ਗੋਤਾ ਲਾਇਆ ਤਾਂ ਵਰਣ ਦੇਵਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਦਰਗਾਹ ਵਿੱਚ ਲੈ ਗਿਆ। ਉੱਥੇ ਇੱਛਾਧਾਰੀ ਨੂਰੀ ਪੁਰਖ ਬ੍ਰਹਮਾ, ਵਿਸ਼ਨ, ਸ਼ਿਵ, ਇੰਦਰ, ਕੁਬੇਰ, ਬਿਆਸ, ਨਾਰਦ, ਸਨਕਾਦਕ, ਰਾਮ, ਕ੍ਰਿਸ਼ਨ, ਜਰਦੂਸਤ, ਮੂਸਾ, ਮੁਹੰਮਦ ਆਦਿਕ ਆਨੰਦ ਐਉਂ ਖੜੇ ਦੇਖੇ,
ਜਿੰਕੂ ਕਿਸੇ ਸੱਚੇ ਸਦਾਵਰਤੀ ਦੇ ਦਰਵਾਜ਼ੇ ਅੱਗੇ ਪਿੱਛਕ ਖੜੇ ਹੁੰਦੇ ਹਨ। ਤਦੋਂ ਇੱਕ ਦਿਵਿਆ ਪੁਰਖ ਅੰਦਰੋਂ ਆਇਆ ਤੇ ਬਾਬੇ ਜੀ ਨੂੰ ਈਸ਼ਵਰ ਦੇ ਹਜ਼ੂਰ ਲੈ ਗਿਆ। ਨੂਰ ਹੀ ਨੂਰ, ਸੂਰਜ ਬਿਜਲੀ ਤੋਂ ਵੀ ਅਦਕ ਤੇਜ ਨਜ਼ਰ ਆਇਆ। ਉੱਥੋਂ ਆਵਾਜ਼ ਆਈ, ਨਾਨਕ ਨਿਰੰਕਾਰੀ, ਤੈਨੂੰ ਕਲਯੁਗੀ ਪੁਰਖਾਂ ਦੀ ਉਧਾਰ ਵਾਸਤੇ ਸੰਸਾਰ ਵਿੱਚ ਭੇਜਿਆ ਹੈ। ਸਤਨਾਮ ਵਾਹਿਗੁਰੂ ਜਪਾ ਕੇ ਭਗਤੀ ਗਿਆਨ ਦਿਰੜਾ, ਜਿਸ ਤੋਂ ਸਹਿਜੇ ਹੀ ਮਹਾਪਾਪੀ ਵੀ ਪਵਿੱਤਰ ਹੋ ਕੇ ਮੁਕਤੀ ਦੇ ਅਧਿਕਾਰੀ ਹੋਣ। ਪਹਿਲੇ ਅਨੇਕ ਕਾਰਕ ਜੋ ਤੁਸਾਂ ਦਰਵਾਜ਼ੇ ਅੱਗੇ ਖੜੇ ਦੇਖੇ ਹਨ, ਮੈਂ ਭੇਜੇ ਸਨ। ਇਹਨਾਂ ਸਭਨਾਂ ਨੇ ਆਪਣੇ ਆਪਣੇ ਨਾਮ ਜਪਾਏ, ਸੱਚੇ ਰਸਤੇ ਜੀਵਾਂ ਨੂੰ ਨਾ ਚਲਾਇਆ। ਇਸੇ ਵਾਸਤੇ ਇਹਨਾਂ ਨੂੰ ਇਹ ਸਜ਼ਾ ਦਿੱਤੀ ਹੈ ਕਿ ਕਲਪ ਪਰਯੰਤ ਇੱਥੇ ਹੀ ਖੜੇ ਰਹਿਣ, ਇਹਨਾਂ ਦੇ ਅੰਦਰ ਆਉਣ ਦੀ ਅਰਜ਼ ਕੋਈ ਨਾ ਕਰੇ। ਇੱਥੇ ਹੀ ਮੇਰੇ ਕੋਪ ਕਰਾਲ ਦੀ ਅੱਗ ਵਿੱਚ ਖੜੇ ਸੜਦੇ ਰਹਿਣ, ਇਹਨਾਂ ਦੇ ਦਿਖਾਵਣ ਵਾਸਤੇ ਤੈਨੂੰ ਸੱਦਿਆ ਹੈ। ਜੇ ਤੂੰ ਵੀ ਆਪਣੀ ਪੂਜਾ ਮੰਨਤਾ ਕਰਾਏਂਗਾ ਤੇ ਇਹਨਾਂ ਦਾ ਸਾਥੀ ਹੋਏਗਾ। ਜੇ ਸੱਚੇ ਰਾਹ ਜੀਵਾਂ ਨੂੰ ਤੂੰ ਚਲਾਏਂਗਾ ਤਾਂ ਮੇਰੇ ਸਰੂਪ ਵਿੱਚ ਸਮਾਏਂਗਾ। ਬਾਬੇ ਜੀ ਨੇ ਇਹ ਸਭ ਸੁਣਿਆ ਤੇ ਉੱਥੇ ਕਈ ਸ਼ਬਦ ਉਚਾਰੇ, ਜਿਨ੍ਹਾਂ ਨੂੰ ਸੁਣ ਕੇ ਅਕਾਲ ਪੁਰਖ ਨੇ ਵਰ ਦਿੱਤਾ ਕਿ ਜੋ ਕੋਈ ਤੇਰੀ ਉਚਾਰੀ ਹੋਈ ਮੇਰੀ ਮਹਿਮਾ ਦੀ ਬਾਣੀ ਪੜ੍ਹੇ ਸੁਣੇਗਾ, ਉਸ ਨੂੰ ਜਮ ਦੀ ਤਲਬ ਨਾ ਹੋ। ਇਹ ਵਰ ਉਪਦੇਸ਼ ਲੈ ਕੇ ਵੇਈ ਨਾਮ ਨਦੀ ਵਿੱਚੋਂ ਬਾਬਾ ਜੀ ਤੀਜੇ ਦਿਨ ਆਏ ਪ੍ਰਗਟ ਹੋਏ। ਇੱਧਰ ਜਦ ਬਾਬੇ ਦੇ ਵੇਈ ਵਿੱਚ ਗਾਇਬ ਹੋਣ ਦੀ ਖਬਰ ਜੈਰਾਮ ਤੇ ਨਵਾਬ ਨੂੰ ਹੋਈ ਤਾਂ ਉਹਨਾਂ ਗੋਤੇ ਲਗਵਾਏ, ਜਾਲ ਪਵਾਏ, ਪਰ ਕੁਝ ਪਤਾ ਨਾ ਲੱਗਾ। ਸਾਰੇ ਪਿੰਡ ਵਿੱਚ ਡੰਡ ਪੈ ਗਈ ਕਿ ਨਾਨਕ ਜੀ ਵੇਈ ਵਿੱਚ ਡੁੱਬ ਗਏ। ਪਰ ਬੀਬੀ ਨਾਨਕੀ ਜੀ ਇਹੋ ਆਖਦੇ ਰਹੇ ਕਿ ਉਹ ਸਦਾ ਸਲਾਮਤ ਹਨ, ਉਹਨਾਂ ਦੀ ਲੀਲਾ ਨੂੰ ਦੂਜਾ ਕੋਈ ਨਹੀਂ ਜਾਣ ਸਕਦਾ। ਫਿਰ ਜਦ ਬਾਹਰ ਆਏ ਤਾਂ ਸਿੱਖਾਂ ਦੇ ਪੁੱਛਣੇ ਪਰ ਬਾਬੇ ਜੀ ਨੇ ਸੱਚੀ ਦਰਗਾਹ ਦੇ ਹਾਲ ਇਹ ਸ਼ਬਦ ਉਚਾਰਨ ਕੀਤਾ, ਜਿਤਦਰ ਲੱਖ ਮੁਹੰਮਦਾ, ਲੱਖ ਬ੍ਰਹਮਾ ਬਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰਿਆ, ਲੱਖ ਰਾਹੀਂ ਲਖ ਵੇਸ। ਲੱਖ ਲੱਖ ਉੱਥੇ ਜਤੀ ਹੈ, ਸਤਿਓ ਤੇ ਸੰਨਿਆਸ, ਲੱਖ ਲੱਖ ਉੱਥੇ ਗੋਰਖਾ, ਲੱਖ ਲੱਖ ਨਾਥਾ ਨਾਥ, ਲੱਖ ਲੱਖ ਉੱਥੇ ਆਸਨਾ, ਗੁਰੂ ਚੇਲੇ ਰਹਿਰਾਸ, ਲੱਖ ਲੱਖ ਦੇਵੀ ਦੇਵਤੇ, ਦਾਨੂ ਲੱਖ ਨਿਵਾਸ, ਲੱਖ ਪੀਰ ਪੈਗੰਬਰ ਔਲੀਏ, ਲੱਖ ਕਾਜੀ ਮੁੱਲਾ ਸੇਖ, ਕਿਸੇ ਸਾਥ ਨ ਆਈਆਂ ਬਿਨ ਸਤਿਗੁਰ ਕੇ ਉਪਦੇਸ। ਸਾਧਕ ਸਿੱਧ ਅਗਣਿਤ ਹੈ, ਕੇਤੇ ਲੱਖ ਅਪਾਰ, ਇਤੜਿਆ ਅਪਵਿੱਤਰ ਹੈ, ਬਿਨ ਸਤਿਗੁਰ ਸ਼ਬਦ ਵਿਚਾਰ। ਸਿਰ ਨਾ ਥਾ ਕੇ ਏਕ ਨਾਥ, ਸਚ ਨਾਮ ਕਰਤਾਰ, ਨਾਨਕ ਤਾਕੀ ਕੀਮਤ ਨਾ ਪਵੇ, ਬੇਅੰਤ ਬੇਸ਼ੁਮਾਰ। ਇਤਿਆਦਿਕ ਬਹੁਤ ਸਾਰੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ, ਜਿਨ੍ਹਾਂ ਤੋਂ ਪਰਮੇਸ਼ਵਰ ਦੇ ਦੁਆਰੇ ਪਰ ਬੇਅੰਤ ਹੀ ਇਹੋ ਜਿਹੇ ਮਹਾਤਮਾ ਦਾ ਹਰ ਵੇਲੇ ਖੜੇ ਰਹਿਣਾ ਸਾਬਤ ਹੈ। ਜਦ ਬਾਬਾ ਜੀ 3 ਦਿਨ ਗੁਪਤ ਰਹਿ ਕੇ ਪ੍ਰਗਟ ਹੋਏ ਤਾਂ ਨਵਾਬ ਸਾਹਿਬ ਤੇ ਜੈਰਾਮ ਨੇ ਮੋਦੀਖਾਨੇ ਦਾ ਕੰਮ ਕਰਨ ਵਾਸਤੇ ਬਾਬੇ ਜੀ ਨੂੰ ਬਹੁਤ ਹੀ ਪ੍ਰੇਰਿਆ, ਪਰ ਬਾਬੇ ਜੀ ਨੇ ਨਾ ਮੰਨਿਆ ਤੇ ਉੱਤਰ ਦਿੱਤਾ ਕਿ ਮੈਨੂੰ ਸੱਚੇ ਪਾਤਸ਼ਾਹ ਨੇ ਖਿਲਿਅਤ ਸਿਰੋਪੋ ਦੇ ਕੇ ਕਾਰੇ ਲਾ ਲਿਆ ਹੈ। ਉਸ ਦਿਨ ਤੋਂ ਫਿਰ ਕਦੇ ਘਰ ਨਾ ਆਏ। ਸੰਤ ਬਾਣਾ ਧਾਰ ਕੇ ਲੋਕਾਂ ਨੂੰ ਧਰਮ ਦਾ ਉਪਦੇਸ਼ ਕਰਨ ਵਿੱਚ ਤਤਪਰ ਹੋ ਗਏ। ਹਿਸਾਬ ਹੋਇਆ ਤੇ 760 ਰੁਪਏ ਬਾਬੇ ਦੇ ਨਵਾਬ ਵੱਲ ਵਧੇ। ਜੈਰਾਮ ਤੇ ਨਵਾਬ ਨੇ ਬਥੇਰਾ ਚਾਹਿਆ ਕਿ ਇਹ ਰੁਪਏ ਬਾਬੇ ਦੇ ਪੁੱਤਰਾਂ ਦੀ ਪਰਵਰਿਸ਼ ਵਾਸਤੇ ਘਰ ਦਿੱਤੇ ਜਾਣ, ਪਰ ਬਾਬੇ ਜੀ ਨੇ ਅੰਨ ਲੈ ਕੇ ਗਰੀਬਾਂ ਨੂੰ ਦਵਾ ਦਿੱਤਾ ਤੇ ਆਪ ਸੰਤ ਬਾਣਾ ਖਫਣੀ ਸੇਲੀ ਚੋਲਾ ਅਧਿਕ ਧਾਰਨ ਕਰ ਲੋਕਾਂ ਨੂੰ ਜਥਾਯੋਗ ਉਪਦੇਸ਼ ਕਰਨ ਤੇ ਬਾਣੀ ਉਚਾਰਨ ਲੱਗੇ, ਜਿਸ ਨੂੰ ਸੁਣ ਕੇ ਬੜੇ ਬੜੇ ਪੰਡਤ ਮੌਲਵੀ ਫਕੀਰ ਹੈਰਾਨ ਰਹਿੰਦੇ ਸੀ। ਜੇ ਕੋਈ ਚਰਚਾ ਕਰਨ ਆਉਂਦਾ ਉਹ ਗੁਰੂ ਕੀ ਬਾਣੀ ਅੱਗੇ ਪਾਣੀ ਹੋ ਜਾਂਦਾ। ਜੋ ਕੋਈ ਕੁਝ ਦੇ ਜਾਂਦਾ ਉਸ ਦਾ ਲੰਗਰ ਪਕਵਾ ਕੇ ਗਰੀਬਾਂ ਫਕੀਰਾਂ ਨੂੰ ਵਰਤਾ ਦਿੰਦੇ। ਇਸ ਕਰਕੇ ਬਹੁਤ ਭੀੜ ਭਾੜ ਰਹਿਣ ਲੱਗੀ। ਜਦ ਇਹ ਖਬਰ ਤਲਵੰਡੀ ਵਿੱਚ ਤੇ ਬਾਬੇ ਦੇ ਸਹੁਰੇ ਘਰ ਪਹੁੰਚੀ ਤਾਂ ਬਾਬੇ ਦਾ ਸਹੁਰਾ ਮੂਲ ਚੰਦ ਆਪਣੇ ਗੁਰੂ ਸ਼ਾਮੇ ਪੰਡਤ ਨੂੰ ਬਾਬੇ ਜੀ ਦੇ ਸਮਝਾਉਣ ਲਈ ਨਾਲ ਲੈ ਕੇ ਸੁਲਤਾਨਪੁਰ ਆਇਆ ਤੇ ਉਧਰੋਂ ਕਾਲੂ ਚੰਦ ਵੀ ਆ ਪਹੁੰਚਿਆ। ਤੇ ਜਦ ਆ ਕੇ ਸੁਣਿਆ ਜੋ 760 ਰੁਪਏ ਜੋ ਹਿਸਾਬ ਵਿੱਚੋਂ ਵਧੇ ਸੀ ਬਾਬਾ ਜੀ ਫਕੀਰਾਂ ਗਰੀਬਾਂ ਨੂੰ ਵਰਤਾ ਚੁੱਕੇ ਹਨ, ਤਾਂ ਇਹ ਗੱਲ ਸੁਣਦੇ ਸਾਰ
ਮੂਲੇ ਤੇ ਕਾਲੂ ਨੂੰ ਅਜਿਹੀ ਗਸ਼ ਪਈ ਜੋ ਘੜੀ ਸਾਰੀ ਗੁੰਮ ਰਹੇ। ਉਹਨਾਂ ਜ਼ਿਕਰ ਫਿਕਰ ਬਾਬੇ ਦੇ ਸੰਤ ਬਣ ਜਾਣ ਦਾ ਨਹੀਂ ਕੀਤਾ, ਜਿੰਨਾ ਰੁਪਏ ਲੁਟਾ ਦੇਣ ਦਾ ਗਮ ਕੀਤਾ। ਸ਼ਾਮੇ ਪੰਡਤ ਨੂੰ ਨਾਲ ਲੈ ਕੇ ਬਾਬੇ ਜੀ ਪਾਸ, ਜਿੱਥੇ ਉਹ ਜੰਗਲ ਵਿੱਚ ਬੈਠੇ ਸੀ, ਬਹੁਤ ਨਰਮ ਗਰਮ ਵਚਨ ਕੀਤੇ, ਪਰ ਬਾਬਾ ਜੀ ਚੁੱਪ ਰਹੇ। ਸ਼ਾਮੇ ਪੰਡਤ ਨੇ ਆਖਿਆ, ਨਾਨਕ, ਇਹ ਕਿਹਾ ਸਾਂਗ ਬਣਾ ਬੈਠਾ ਹੈ? ਕੱਚੀਆਂ ਗੱਲਾਂ ਛੱਡ, ਜੇ ਤੈਨੂੰ ਰੱਬ ਵੱਲ ਦਾ ਸ਼ੌਂਕ ਹੈ ਤਾਂ ਸਾਡੀ ਸੰਗਤ ਕਰ। ਅਸੀਂ ਤੈਨੂੰ ਬਹੁਤ ਚੰਗੀ ਸਿੱਖ ਮੱਤ ਦਿਆਂਗੇ, ਜਿਸ ਕਰਕੇ ਤੂੰ ਘਰ ਦਾ ਕੰਮ ਕਾਰ ਵੀ ਕਰਦਾ ਰਹੇ ਅਤੇ ਬੇੜਾ ਵੀ ਪਾਰ ਹੋ ਜਾਏ। ਘਰ ਚੱਲ, ਆਪਣਾ ਕੰਮ ਸੰਭਾਲ, ਨਿਰਾ ਪੂਰਾ ਬਾਲਕ ਨਾ ਬਣ, ਮਾਂ ਬਾਪ ਦੀ ਆਗਿਆ ਮੰਨ। ਰਾਮ ਰਾਮ ਰੱਟ, ਪੁੱਤਰਾਂ ਦੀ ਸ਼ਾਦੀ ਵਾਸਤੇ ਧਨ ਜੋੜ, ਮਨ ਨੂੰ ਮੋੜ। ਆਖੇ ਲੱਗ ਤੇ ਹੁਣ ਹੁੜ ਮਾਰ, ਗੱਲਾਂ ਨਾ ਕਰ। ਤਾਂ ਬਾਬਾ ਜੀ ਨੇ ਕਿਹਾ, ਮੂਲੇ ਤੇ ਕਾਲੂ, ਬਾਬਾ ਜੀ ਨੇ ਇਹ ਸ਼ਬਦ ਪੜ੍ਹਿਆ। ਬਸੰਤ ਹਿੰਡੋਲ ਮਹੱਲਾ ਪਹਿਲਾ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਦੋਏ ਮਾਈ ਦੋਏ ਬਾਪਾ, ਪੜੀਐ ਪੰਡਤ ਕਰੋ ਵਿਚਾਰੋ। ਸੁਆਮੀ ਪੰਡਿਤਾ ਤੁਮ ਦੇ ਮਤੀ, ਕਿਨ ਬਿਦ ਪਾਵੋ ਪ੍ਰਾਨਪਤੀ। ਰਹਾਓ। ਇਹ ਸ਼ਬਦ ਅਨੁਭਵ ਦਾ ਸੁਣ ਕੇ ਪੰਡਤ ਤਾਂ ਹੈਰਾਨ ਰਹਿ ਗਿਆ। ਉਸ ਨੂੰ ਅਰਥ ਵੀ ਇਸ ਦੇ ਨਾ ਸੁੱਝੇ। ਚੁੱਪ ਕੀਤਾ ਹੀ ਕੰਨ ਖਿਸਕਾ ਕੇ ਰਾਹ ਪਿਆ। ਮੂਲੇ ਤੇ ਕਾਲੂ ਨੂੰ ਤਾਂ ਲੱਗੀ ਹੋਈ ਸੀ। ਉਹਨਾਂ ਨੇ ਆਖਿਆ, ਨਾਨਕ, ਤੂੰ ਦੀਵਾਨਾ ਹੋ ਗਿਆ ਹੈ, ਆ ਸਿਆਣਾ ਬਣ। ਤਾਂ ਬਾਬਾ ਬੋਲਿਆ, ਤੋ ਦੇਵਾਨਾ ਜਾਣੀਐ, ਜਾ ਏਕਾਕਾਰ ਕਮਾਏ। ਹੁਕਮ ਪਛਾਨੈ ਖਸਮ ਕਾ, ਦੂਜੀ ਅਵਰ ਸਿਆਣਪ ਕਾਏ। ਹੋਰ ਅਨੇਕਾਂ ਪ੍ਰਕਾਰ ਦੇ ਚੜਾ ਉਤਰਾ ਮੂਲੇ ਤੇ ਕਾਲੂ ਆਦਿਕ ਨੇ ਕੀਤੇ, ਪਰ ਬਾਬੇ ਨੇ ਦਿਲੋਂ ਹੀ ਸੰਸਾਰ ਵਿਹਾਰ ਤਿਆਗ ਕਰ ਦਿੱਤਾ। ਹਾਰ ਕੇ ਚੁੱਪ ਕਰਕੇ ਘਰ ਨੂੰ ਤੁਰ ਗਏ। ਉਸ ਸਮੇਂ ਭਗੀਰਥਾ ਨਾਮ ਖੱਤਰੀ ਮਨਸੀ ਪਿੰਡ ਵਾਲਾ, ਜੋ ਦੇਵੀ ਦਾ ਭਗਤ ਜਗਤ ਵਿੱਚ ਮਸ਼ਹੂਰ ਸੀ, ਆਪਣੀ ਸੰਗਤ ਲੈ ਕੇ ਦੇਵੀ ਦੇ ਦਰਸ਼ਨ ਨੂੰ ਜਾਂਦਾ ਹੋਇਆ ਬਾਬੇ ਦਾ ਜਸ ਸੁਣ ਕੇ ਦਰਸ਼ਨ ਨੂੰ ਆਇਆ। ਗੁਰੂ ਜੀ ਦੇ ਪੁੱਛਣੇ ਪਰ ਉਸਨੇ ਆਖਿਆ, ਮੈਂ ਹਰ ਸਾਲ ਦੇਵੀ ਦੇ ਦਰਸ਼ਨ ਕਰਨ ਜਾਂਦਾ ਹਾਂ। ਬਾਬੇ ਪੁੱਛਿਆ, ਕਦੇ ਦੇਵੀ ਨੇ ਕੋਈ ਗੱਲ ਵੀ ਕੀਤੀ ਹੈ? ਉਹਨਾਂ ਆਖਿਆ, ਨਹੀਂ ਜੀ, ਉਹ ਤਾਂ ਪੱਥਰ ਦੀ ਪ੍ਰਤਿਮਾ ਹੈ, ਗੱਲ ਨਹੀਂ ਕਰਦੀ। ਗੁਰੂ ਜੀ ਨੇ ਆਖਿਆ, ਭਾਈ ਸਿੱਖਾ, ਦੇਵੀ ਨਾਮ ਈਸ਼ਵਰ ਦੀ ਸ਼ਕਤੀ ਤੇ ਕੁਦਰਤ ਦਾ ਹੈ, ਜੋ ਸਾਰੇ ਵਿਆਪਕ ਹੈ। ਜੜ ਵਸਤੂ ਦੇ ਮੰਨਣ ਪੂਜਨ ਦਾ ਕੋਈ ਲਾਭ ਨਹੀਂ। ਤੁਸੀਂ ਪਰਮੇਸ਼ਰ ਦੀ ਉਪਾਸਨਾ ਕਿਆ ਕਰੋ, ਜਿਸ ਦੇ ਆਸਰੇ ਅਨੰਤ ਸ਼ਕਤੀਆਂ ਹਨ। ਉਹਨਾਂ ਆਖਿਆ, ਜੀ, ਬਿਨਾਂ ਦੇਖੇ ਮਨ ਪਤੀਜਦਾ ਨਹੀਂ। ਬਾਬੇ ਆਖਿਆ, ਭਲਾ ਭਾਈ, ਰਾਤੀ ਜਾਗਦੇ ਰਹਿਣਾ ਜੀ। ਪਹਿਰ ਕੁ ਦਾ ਤੜਕਾ ਰਿਹਾ ਤਾਂ ਇੱਕ ਮਾਈ ਦਿਵਿਆ ਰੂਪ ਬਾਬੇ ਨੂੰ ਮੱਥਾ ਟੇਕਦੀ ਦੇਖੀ। ਇਸ ਨੇ ਪੁੱਛਿਆ ਤਾਂ ਮਾਈ ਨੇ ਆਖਿਆ, ਸਤਿਗੁਰੂ ਕਲਿਆਣ ਕਰਨ ਵਾਲੇ ਇਹੋ ਹਨ। ਉਸੇ ਦਿਨ ਉਹ ਤਾਂ ਗੁਰੂ ਮੰਤਰ ਉਪਦੇਸ਼ ਲੈ ਕੇ ਗੁਰੂ ਦਾ ਸਿਦਕੀ ਸਿੱਖ ਹੋ ਗਿਆ ਤੇ ਸਾਥੀ ਵੀ ਉਸ ਦੇ ਅੱਗੇ ਨਾ ਗਏ। ਸਿੱਖ ਬਣ ਕੇ ਜਨਮ ਸੁਧਾਰਨ ਲੱਗੇ। ਫਿਰ ਤਾਂ ਦੇਸ਼ ਵਿੱਚ ਧੁੰਮ ਪੈ ਗਈ। ਰਾਤ ਦਿਨੇ ਬਾਬੇ ਪਾਸ ਮੇਲਾ ਤੇ ਲੰਗਰ ਰਹੇ। ਬਹੁਤ ਲੋਕ ਸਿੱਖ ਹੋਣ ਲੱਗੇ। ਬਾਬੇ ਹੋਰੀ ਜੋ ਮੜੀ ਮਸਾਣੀ ਮੂਰਤੀ ਮੰਨਣ ਪੂਜਨ ਤੋਂ ਹਟਾ ਕੇ ਲੋਕਾਂ ਨੂੰ ਪਰਮੇਸ਼ਰ ਦੀ ਭਗਤੀ ਭਜਨ ਵਿੱਚ ਲਾਉਂਦੇ ਤੇ ਭੇਖ ਪਖੰਡ ਦਾ ਨਖੇਧ ਕਰਦੇ। ਇਸ ਕਰਕੇ ਪਾਂਦੇ ਪੰਡਤ, ਬੈਰਾਗੀ, ਗੁਸਾਈ ਆਦਿਕ ਭੇਖੀ ਤੇ ਕਾਜੀ ਮੌਲਵੀ ਮਸਜਿਦ ਬਾਦ ਕਰਕੇ ਚਰਚਾ ਕਰਨ ਆਉਣ, ਪਰ ਹਾਰ ਕੇ ਚਲੇ ਜਾਣ। ਕਿਉਂਕਿ ਦੋਹਰਾ ਵਿਦਿਆ ਵੇਦ ਕਤੇਬ ਕੀ ਹੈ, ਕੰਚਨ ਕੇ ਡੋਰ, ਅਨੁਭਵ ਪਾਰਸ ਕੀ ਬਣੀ, ਜਾਮੈ ਲਾਖ ਸੁਮੇਰ। ਇਸ ਤੋਂ ਅੱਗੇ ਦੀਆਂ ਸਾਖੀਆਂ ਇਸ ਤੋਂ ਅਗਲੇ ਭਾਗ ਦੇ ਵਿੱਚ ਪੜਾਂਗੇ। ਤਦ ਤੱਕ ਲਈ ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਵੀ ਸ਼ੇਅਰ ਕਰੋ। ਧੰਨਵਾਦ।